ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਸਵਾਗਤ ਹੈ ਤੁਹਾਡਾ ਗਰਗ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਸੁਖਵਿੰਦਰ ਜੀ। ਡਾਕਟਰ ਸਾਹਿਬ, ਮੁਲਕ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ, ਕਦੇ ਘੱਟ ਗਿਣਤੀਆਂ ਨੂੰ ਦੱਬਣ ਤੇ ਕੁਚਲਣ ਦੀ ਗੱਲ ਆ ਜਾਂਦੀ ਹੈ, ਕਦੇ ਆ ਜਾਂਦੀ ਹੈ ਕਿ ਬਾਬਰੀ ਮਸਜਿਦ ਜਾਂ ਦਰਬਾਰ ਸਾਹਿਬ ਤੱਕ ਵੀ ਪਹੁੰਚ ਹੋ ਜਾਂਦੀ ਹੈ ਕਿ ਉਹਨਾਂ ਦਾ ਪੁਰਾਤਨ ਇਤਿਹਾਸ ਕੀ ਹੈ, ਉਹ ਜ਼ਮੀਨ ਕਿਹਦੀ ਸੀ ਪਹਿਲਾਂ, ਹੁਣ ਕਿਹਦੀ ਹੈ, ਕਿਹਦੇ ਅੰਡਰ ਹੋਣੀ ਚਾਹੀਦੀ ਹੈ। ਇਹ ਸਾਰਾ ਕੁਝ ਉਧਰ ਨੂੰ ਜਾਂਦਾ ਲੱਗਦਾ ਹੈ ਕਿ ਹਿੰਦੂਤਵਾ ਸਿਆਸਤ ਜਿਹਨੂੰ ਕਹਿੰਦੇ ਨੇ ਕਿ ਬਸ ਇੱਕ ਦੇਸ਼, ਇੱਕ ਕਾਨੂੰਨ, ਇੱਕ ਭਾਸ਼ਾ, ਇੱਕ ਬੋਲੀ, ਸਾਰਾ ਕੁਝ ਉਸ ਪਾਸੇ ਵੱਲ ਨੂੰ। ਹੁਣ ਇਹਨਾਂ ਨੇ ਗਿਆਨ ਵਾਪੀ ਜਿਹੜੀ ਮਸਜਿਦ ਹੈ ਉਹਦਾ ਰੌਲਾ ਪਾ ਦਿੱਤਾ। ਹਾਲਾਂਕਿ ਹੈ ਤਾਂ ਥੋੜਾ ਪੁਰਾਣਾ, ਪਰ ਫਿਰ ਵੀ ਜਦੋਂ ਅੱਜ ਦੀ ਘੜੀ ਇਹ ਉੱਭਰਦਾ ਹੈ ਤਾਂ ਅੱਗੇ 2024 ਦੀਆਂ ਇਲੈਕਸ਼ਨ ਵੀ ਆ ਰਹੀਆਂ। ਮੈਦਾਨ ਕਿਵੇਂ ਤਿਆਰ ਕੀਤਾ ਜਾ ਰਿਹਾ ਹੈ, ਕੁਤਬ ਮੀਨਾਰ ਤੇ ਉਂਗਲ ਚੁੱਕ ਦਿੱਤੀ ਜਾਂਦੀ ਹੈ, ਤਾਜ ਮਹਿਲ ਤੇ ਚੁੱਕ ਦਿੱਤੀ ਜਾਂਦੀ ਹੈ। ਇਹ ਬੜੇ ਸਵਾਲ ਇਹਦੇ ਨਾਲ ਜੁੜਦੇ ਨੇ, ਜਿਹਦੇ ਬਾਰੇ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਦਰਸ਼ਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਨੈਸ਼ਨਲ ਲੈਵਲ ਦੇ ਉੱਤੇ, ਕੌਮੀ ਪੱਧਰ ਦੇ ਉੱਤੇ ਸਿਆਸਤ ਕਿੱਦਾਂ ਕੰਮ ਕਰ ਰਹੀ ਹੈ। ਦੇਖੋ, ਗੱਲ ਇਹ ਹੈ ਸੁਖਵਿੰਦਰ ਜੀ, ਪਹਿਲਾਂ ਜੇ ਅਸੀਂ ਗਿਆਨ ਵਾਪੀ ਮਸਜਿਦ ਦੀ ਗੱਲ ਕਰਨ ਤੋਂ ਵੀ ਪਹਿਲਾਂ ਅਸੀਂ ਜੇ ਦੇਖੀਏ, ਜਿਹੜਾ ਇਹ ਕਹਿੰਦੇ ਨੇ ਵੀ ਸਾਡਾ ਆ ਵੀ ਆ, ਆ ਵੀ ਆ ਵੀ ਆ, ਇਹ ਤਾਂ ਮੱਕਾ ਮਦੀਨਾ ਨੂੰ ਵੀ ਕਹਿੰਦੇ ਨੇ, ਤਾਂ ਫਿਰ ਬੜਾ ਕੁਛ ਹੈ ਕਿ ਹਰ ਪਿੰਡ ਦੇ ਵਿੱਚ ਮਾਤਾ ਰਾਣੀਆਂ ਹੁੰਦੀਆਂ ਸੀ, ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਹੀਦਾਂ ਦੀ ਬਣੀ ਹੁੰਦੀ ਸੀ ਮੱਟੀ, ਤੇ ਹਰ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਪੀਰ ਦੀ ਮੱਟੀ ਬਣੀ ਹੋਈ ਸੀ, ਜੰਗਲਾਂ 'ਚ ਬਣੀਆਂ ਹੋਈਆਂ ਸੀ, ਬੇਲਿਆਂ 'ਚ ਬਣੀਆਂ ਹੋਈਆਂ ਸੀ। ਫਿਰ ਇਸ ਧਰਤੀ ਦਾ 1 ਇੰਚ ਵੀ ਇਸ ਤਰ੍ਹਾਂ ਨਹੀਂ ਬਚਦਾ, ਫਿਰ ਤਾਂ ਹਰੇਕ ਹੀ ਕਹਿ ਦੂਗਾ ਇਹ ਮੇਰੀ ਹੈ। ਮਲਬੇਬੰਦੀ ਹੋਈ, ਕੰਸੋਲੀਡੇਸ਼ਨ, ਉਹਦੇ 'ਚ ਬਹੁਤ ਸਾਰੀ ਉਹ ਜ਼ਮੀਨ ਜਿਹੜੀ ਇਹਨਾਂ ਮੱਟੀਆਂ ਵਗੈਰਾ ਦੇ ਥੱਲੇ ਸੀਗੀ, ਪੀਰਾਂ ਦੇ ਹੋਰਾਂ ਦੇ, ਉਹ ਸਾਰੀ ਜ਼ਮੀਨ ਵਾਹੀ ਥੱਲੇ ਆ ਗਈ ਤੇ ਕੁਛ ਕਾਮਨ ਜ਼ਮੀਨ ਪਿੰਡਾਂ 'ਚ ਛੱਡੀ ਗਈ। ਇਹਦਾ ਤੌਰ ਤਰੀਕਾ ਇਹ ਅਡਾਪਟ ਕਰਿਆ ਗਿਆ ਤੇ ਫਿਰ ਉਸ ਹਿਸਾਬ ਨਾਲ ਤਾਂ ਇੱਥੇ ਜੰਗਲ ਹੀ ਚਾਹੀਦੇ ਨੇ, ਕਲਰ ਚਾਹੀਦੇ ਨੇ। ਉਸ ਹਿਸਾਬ ਤਾਂ ਧਰਤੀ 'ਚ ਬਦਲਾਅ ਹੋ ਹੀ ਨਹੀਂ ਸਕਦਾ। ਜੇ ਤੁਸੀਂ ਪੁਰਾਣੀ ਗੱਲ ਦੇ ਉੱਤੇ ਹਰੇਕ ਤੇ ਵੀ ਇਹ ਵੀ ਸਾਡੀ ਸੀ, ਇਹ ਵੀ ਸਾਡੀ ਸੀ, ਜਦ ਕਿ ਈਵਨ ਸੁਪਰੀਮ ਕੋਰਟ ਨੇ ਕਹਿੰਦਾ ਵੀ ਜਿਹਦਾ 12 ਸਾਲ ਦਾ ਕਬਜ਼ਾ ਕਿਸੇ ਦਾ, ਉਦੋਂ ਬਾਅਦ ਤਾਂ ਕਿਸੇ ਦੇ ਉਹਦਾ ਕਬਜ਼ਾ ਵੀ ਨਹੀਂ ਛਡਾਇਆ ਜਾ ਸਕਦਾ। ਬਾਕੀ ਸਿਵਲ ਦਾ ਜੇ ਲਾ ਇਹ ਕਹਿੰਦਾ ਹੈ ਤੇ ਫਿਰ ਰਿਲੀਜੀਅਸ ਪਲੇਸਿਸ ਦਾ ਲਾ ਕਿਉਂ ਨਹੀਂ? ਜਾਂ ਕਿਸੇ ਵੀ ਇਹ ਜੇ ਐਂ ਦੇਖਣਾ ਹੈ ਫਿਰ ਤਾਂ ਹੜੱਪਾ ਮੋਹਿੰਜੋਦਾਰੋ ਦੀ ਸੱਭਿਅਤਾ ਸੀ ਉਰੇ। ਆ ਇੱਥੇ ਸੰਘੋੜ ਪਿੰਡ ਹੈ ਨਾਲ ਇਹਦੇ ਬਿਲਕੁਲ ਚੰਡੀਗੜ੍ਹ ਦੇ, ਇੱਥੋਂ ਥੋੜਾ ਕਹਿ ਲਓ 20-25-30 ਕਿਲੋਮੀਟਰ ਤੇ ਉਹ ਸੰਘੋਲ ਦੇ ਵਿੱਚ 35 ਕਿਲੋਮੀਟਰ ਦੇ ਉੱਤੇ ਬੁੱਧ ਦਾ ਮੰਦਰ ਲੱਭਿਆ ਗਿਆ ਤੇ ਉਹ ਪਿਆ ਸਾਹਮਣੇ ਦਿਖਦਾ ਉਹ ਵੀ ਹਾਂ ਇੱਥੇ ਕੋਈ ਮੰਦਰ ਸੀਗਾ। ਇੱਦਾਂ ਖੁਦਾਈ ਬਹੁਤ ਸਾਰੀ ਹੋਈ ਹੈ। ਆ ਬਨੂੜ ਦੇ ਵਿੱਚ ਖੁਦਾਈ ਹੋ ਸਕਦੀ ਹੈ, ਅਜੇ ਕਰੀ ਨਹੀਂ ਇਹਨਾਂ ਨੇ ਛੇ ਨੂੰ। ਬਨੂੜ ਦਾ ਛੇ ਤਾਂ ਸਭ ਨੂੰ ਪਤਾ ਹੀ ਹੈ, ਤੇ ਇੱਥੇ ਰੋਪੜ ਦੇ ਛੇ ਤੇ ਖੁਦਾਈ ਹੋ ਰਹੀ ਹੈ। ਫਿਰ ਤਾਂ ਪੁਰਾਣਾ ਜਿਹੜੇ ਅਸੀਂ ਜਿਹਨਾਂ ਨੂੰ ਤੁਸੀਂ ਵੀ ਬੈਠੋ, ਅਸੀਂ ਵੀ ਬੈਠਾ, ਇਹ ਸਾਰੇ ਆਰੀਅਨ ਨੇ, ਬਾਹਰੋਂ ਆਏ ਹੋਏ ਨੇ। ਹੁਣ ਤਾਂ ਇਹ ਥੋੜ੍ਹਾ ਜਿਹਾ ਇਹ ਵੀ ਇਤਿਹਾਸ ਬਦਲਣ ਲੱਗੇ ਵੀ ਬਾਹਰੋਂ ਨਹੀਂ ਆਏ, ਤੇ ਇਹ ਤਾਂ ਫਿਰ ਹੜੱਪਾ ਮੋਹਿੰਜੋਦਾਰੋ ਦੀ ਸੱਭਿਅਤਾ ਵਾਲੇ ਲੋਕਾਂ ਦੀ ਜਗ੍ਹਾ ਹੈ। ਔਰ ਉਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਮੰਦਰ ਤੇ ਕਿੰਨੇ ਕਿੰਨੇ। ਹੁਣ ਤਾਂ ਇੱਕ ICS ਹੋਏ ਨੇ ਕਪੂਰ ਸਿੰਘ, ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਪੁੰਦਰੀਕ। ਉਹ ਕਿਤਾਬ ਜਿਹੜੀ ਹੈ ਉਹ ਭਾਸ਼ਾ ਵਿਭਾਗ ਨੇ ਛਾਪੀ ਸੀ, ਹੁਣ ਮੈਨੂੰ ਨਹੀਂ ਪਤਾ ਉਹ ਅਵੇਲੇਬਲ ਹੈ ਜਾਂ ਨਹੀਂ, ਬਹੁਤ ਮੋਟੀ ਸੀ। ਹੜੱਪਾ ਵੀ 5 ਵਾਰੀ ਤਬਾਹ ਹੋ ਕੇ ਬਣਿਆ, 5 ਸਭਿਅਤਾਵਾਂ ਨੇ ਤਬਾਹ ਹੋ ਗਿਆ, ਉਹਦੇ ਉੱਤੇ ਨਵਾਂ ਵਸ ਗਿਆ। 6 ਨੇ ਉਹ 6 ਜਿਹੜੇ ਨੇ ਪੁਰਾਣੇ ਜ਼ਮਾਨੇ ਤੋਂ ਚੱਲਦੇ ਆਏ ਨੇ। ਕਿੰਨੀ ਦਰਿਆ ਬੁਰਦ ਹੋ ਜਾਂਦੀ ਹੈ, ਜਗ੍ਹਾ ਦਰਿਆ 'ਚ ਚਲੀ ਜਾਂਦੀ ਹੈ, ਤੇ ਦੂਜੇ ਜਗ੍ਹਾ ਤੇ ਦੂਜੇ ਪਾਸੋਂ ਦਰਿਆ ਸੁੱਕ ਜਾਂਦਾ ਹੈ, ਮਤਲਬ ਦਰਿਆ ਦਾ ਰਸਤਾ ਬਦਲਦਾ ਰਹਿੰਦਾ ਹੈ। ਉਹ ਫਿਰ ਲੋਕ ਉੱਥੇ ਆਬਾਦ ਹੋ ਜਾਂਦੇ ਨੇ। ਕਿੰਨੇ ਪਾਕਿਸਤਾਨ 'ਚ ਉੱਠ ਕੇ ਆ ਕੇ ਉਰੇ ਆਬਾਦ ਹੋਏ। ਫਿਰ ਤਾਂ ਉਹ ਘਰ ਜਿਹੜੇ ਸੀ, ਉਹ ਜਿਹੜੇ ਪਾਕਿਸਤਾਨ ਚਲੇ ਗਏ ਉਹ ਕਹਿਣਗੇ ਸਾਡੇ ਸੀਗੇ ਜੀ, ਹੁਣ ਤਾਂ ਅਸੀਂ ਇੱਥੇ ਮਸਜਿਦ ਬਣਾਉਣੀ ਹੈ। ਜਾਂ ਜਿਹੜੇ ਉੱਥੇ ਹਿੰਦੂ ਛੱਡ ਗਏ ਨੇ ਇਹ ਜਾ ਕੇ ਕਹਿਣਗੇ ਅਸੀਂ ਉੱਥੇ ਟੈਂਪਲ ਬਣਾਉਣਾ ਹੈ। ਜੇ ਐਂ ਗੱਲ ਕਰਨੀ ਹੋਵੇ ਤਾਂ ਇਹ ਕਦੀ ਨਹੀਂ ਮੁੱਕਣੀ। ਤਾਂ ਫਿਰ ਇਹ ਵੀ ਨਹੀਂ ਮੁੱਕਣੀ, ਇੱਥੇ ਸਵਾਲ ਪੈਦਾ ਹੋ ਜਾਣਾ ਹੈ ਜਿਹੜਾ ਕਿ ਭਾਰਤ 'ਚੋਂ ਇਹਨਾਂ ਨੇ ਆਪ ਹੀ ਪੈਦਾ ਕਰਿਆ। ਇਤਿਹਾਸ ਦੀਆਂ ਕਿਤਾਬਾਂ, ਜਿਹੜੀਆਂ ਕਿਤਾਬਾਂ 'ਤੇ ਐਜੀਟੇਸ਼ਨ ਚੱਲ ਰਹੀ ਹੈ ਕਿ ਜਿਹੜੀ ਪੰਜਾਬ ਦੀ ਆਬਾਦੀ ਹੈ, ਤਾਂ ਇਹੀ ਨਹੀਂ ਪਤਾ ਵੀ ਇਹ ਮੁਸਲਮਾਨਾਂ ਦੀ ਰਲਮੀ ਆ ਜਾਂ ਕਨਿਸ਼ਕਾਂ ਦੀ ਹੈ ਜਾਂ ਕਿੰਨਾ ਦੀ ਹੈ। ਇਕੱਲੇ ਪੰਜਾਬ ਦੀ ਕਿਉਂ, ਪੂਰੇ ਭਾਰਤ ਦੀ ਇਸ ਤਰ੍ਹਾਂ ਦੀ ਹੋਈ ਹੈ, ਬਥੇਰੀਆ ਹੋਇਆ। ਕਿਉਂਕਿ ਜਦ ਬਾਹਰਲੇ ਆਉਂਦੇ ਨੇ, ਬਾਹਰਲਿਆਂ ਨਾਲ ਤੁਹਾਡਾ ਤਾਲਮੇਲ ਵੱਧਦਾ ਹੈ, ਉੱਥੇ ਇੰਟਰ ਰਿਲੀਜਨ, ਇੰਟਰ ਰੇਸ ਮੈਰਿਜਸ ਹੁੰਦੀਆਂ ਵੀ ਨੇ। ਤਾਂ ਕਈ ਵਾਰ ਜਬਰ ਜਨਾਹ ਨਾਲ ਵੀ ਬੱਚੇ ਹੋਏ ਨੇ, ਕਈ ਵਾਰ ਬੜਾ ਕੁਛ ਹੁੰਦਾ ਉਹਦੇ 'ਚ, ਮਤਲਬ ਸੈਮੀ ਜਾਂ ਧੱਕਾ, ਸੈਮੀ ਜੀ ਮਜਬੂਰੀ, ਬੜਾ ਕੁਛ ਹੁੰਦਾ ਹੈ। ਤੇ ਜੋ ਸਾਰਾ ਕੁਛ ਦੇਖਣਾ ਹੈ ਫਿਰ ਤਾਂ ਕੋਈ ਹਿੰਦੂ ਇੱਥੇ ਪਿਓਰ ਰੇਸ ਨਹੀਂ ਮੰਨੀ ਜਾ ਸਕਦੀ ਵੀ ਇੱਥੇ ਕੋਈ ਹਿੰਦੂ ਪਿਓਰ ਵੀ ਹੈ, ਜਿਹਨੂੰ ਕਹਿੰਦੇ ਨੇ ਇਹ ਐਂ ਜੇ ਮੰਨਣਾ। ਸੋ ਇਸ ਕਰਕੇ ਇਹ ਗੱਲ ਕਹਿਣੀ ਗਲਤ ਹੈ। ਇੱਥੇ ਜਿੰਨੇ ਵੀ ਕੋਈ ਮਿਨੋਰਟੀ ਹੈ ਚਾਹੇ ਕੋਈ ਮੈਜੋਰਟੀ ਹੈ, ਇਹ ਰਹਿ ਰਹੇ ਨੇ। ਤੇ ਜਿਹੜਾ ਅੱਜ ਮੈਜੋਰੀਟੇਰੀਅਨਿਜ਼ਮ ਚੱਲ ਰਿਹਾ ਹੈ, ਬਹੁ ਗਿਣਤੀਵਾਦ, ਬਹੁ ਗਿਣਤੀ ਦਾ ਆਪਣਾ ਧੱਕਾ, ਇਹ ਗਲਤ ਹੈ। ਇਹ ਕਿਸੇ ਵੀ ਮੁਲਕ 'ਚ ਕਦੀ ਵੀ ਨਹੀਂ ਚੱਲ ਸਕਦਾ। ਅੱਜ ਯੂਕਰੇਨ ਦਾ ਹਾਲ ਕੀ ਹੋਇਆ ਹੈ, ਉੱਥੇ ਵੀ ਬਹੁ ਗਿਣਤੀਵਾਦ ਚੱਲ ਰਿਹਾ ਸੀ। ਉੱਥੇ 2 ਸੂਬੇ ਜਿਹੜੇ ਡੋਮੈਂਸਕ ਤੇ ਨੌਨਸਕ ਨੇ, ਉਹ ਰੂਸੀ ਭਾਸ਼ਾ ਬੋਲਦੇ ਨੇ,
ਇਹਨਾਂ ਨੇ ਕਰੋਨਾ 'ਚ ਵੀ ਉਹਨਾਂ ਨੂੰ ਰੂਸੀ ਭਾਸ਼ਾ ਵਾਲਿਆਂ ਨੂੰ ਇਲਾਜ ਨਹੀਂ ਕਰਿਆ, ਉਹਨਾਂ ਨੂੰ ਥੱਲੇ ਦਬਾ ਕੇ ਰੱਖਿਆ ਤੇ ਉਹਨਾਂ ਨੇ ਆਖਿਆ ਫਿਰ ਅਸੀਂ ਆਜ਼ਾਦ ਹੋ ਜਾਣਾ। ਤੇ ਉਹ ਜਿਹਾ ਵਿਤਕਰਾ ਇਹਨਾਂ ਨੇ ਪੰਜਾਬ 'ਚ ਵੀ ਕਰਿਆ ਸੀ ਕਰੋਨਾ ਵੇਲੇ। ਮੇਰੇ ਕੋਲ ਡਾਕੂਮੈਂਟ ਨੇ, ਮੈਂ ਟੀਵੀ 'ਤੇ ਬੋਲਿਆ ਉਦੋਂ ਵੀ ਆਹ ਦੇਖ ਲਓ ਕਿੰਨਾ ਪੈਸਾ ਇਹਨਾਂ ਨੇ ਦਿੱਤਾ ਸਾਨੂੰ ਡਿਜ਼ਾਸਟਰ ਮੈਨੇਜਮੈਂਟ 'ਚ, ਐਸਡੀ ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ 'ਚੋਂ ਤੇ ਕਿੰਨਾ ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ 'ਚੋਂ ਦਿੱਤਾ, NDRF 'ਚੋਂ। ਇਹ ਦੱਸ ਦਿੰਦੇ ਆ ਤੁਹਾਨੂੰ ਕਿੰਨਾ ਦਿੱਤਾ, ਹਰਿਆਣੇ ਨੂੰ ਕਿੰਨਾ ਦਿੱਤਾ, ਆਬਾਦੀ ਗਿਣ ਲਓ। ਸੋ ਇਸ ਕਰਕੇ ਹੋਰ ਸਮਾਨ ਦੇਖ ਲਓ। ਸੋ ਉਹਦੇ ਵਿੱਚ ਜਦ ਤੁਸੀਂ ਇਦਾਂ ਦਾ ਪੁਰਾਣੇ ਗੜੇ ਮੁੱਦੇ ਸਾਰਾ ਦਿਨ ਹੀ ਖੇੜੀ ਜਾਓਗੇ, ਫਿਰ ਤਾਂ ਜਿੱਥੇ ਜਿੱਥੇ ਕਬਰਾਂ ਸੀ ਉੱਥੇ ਜਿੱਥੇ ਖੇਤ ਬਣ ਗਏ ਉਹ ਕਹਿਣਗੇ ਜੀ ਸਾਡੀਆਂ ਕਬਰਾਂ ਸੀ। ਔਰ ਹਾਈਟ ਇਹ ਹੈ ਵੀ ਇਹ ਅਸੀਂ ਨਹੀਂ ਕਹਿੰਦੇ, ਬਾਬਾ ਨਾਨਕ ਨੇ ਆਖਿਆ ਜਿਹਦੇ ਉੱਤੇ ਬੜਾ ਤੁਹਾਨੂੰ ਪਤਾ ਰਾਮ ਰਾਏ ਨੂੰ ਗੱਦੀ ਨਹੀਂ ਮਿਲੀ ਸੀ, ਉਹ ਇਹੀ ਗੱਲ ਸੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਠੀਕ ਹੈ, ਘੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਕਿਉਂਕਿ ਕਹਿੰਦੇ ਵੀ ਚੀਕਣੀ ਮਿੱਟੀ ਹੁੰਦੀ ਹੈ ਤੇ ਉਹ ਜਲਦੀ ਹੋਈ ਫਿਰ ਕਰਦੀ ਆ ਵੀ ਜ਼ਿਆਦਾ ਹੈ। ਤੇ ਉਹ ਤਾਂ ਕਬਰਾਂ ਬਥੇਰੀਆਂ ਨੇ, ਈਸਾਈ ਵੀ ਕਬਰਾਂ 'ਚ ਹੀ ਦਬਦੇ ਨੇ, ਉਹਨਾਂ ਦੀਆਂ ਵੀ ਕਬਰਾਂ ਬਥੇਰੀਆਂ ਨੇ, ਇੱਥੇ ਈਸਾਈ ਕੀ ਰਹੇ ਨਹੀਂ। ਸੋ ਇਸ ਤਰ੍ਹਾਂ ਦੇ ਗੜੇ ਮੁੱਦੇ ਕਦੀ ਵੀ ਨਹੀਂ ਅਖਾੜੀ ਦੇ ਹੁੰਦੇ। ਔਰ ਉਹਦੇ ਵਿੱਚ ਇਹ ਮੈਂ ਨਹੀਂ ਕਹਿ ਰਿਹਾ, ਇਹ ਸਾਡੇ ਦੇਸ਼ ਦਾ ਕਾਨੂੰਨ ਕਹਿ ਰਿਹਾ। ਸਾਡੇ ਦੇਸ਼ ਦੇ ਕਾਨੂੰਨ ਨੇ ਜਦ ਬਾਬਰੀ ਮਸਜਿਦ ਦਾ ਇਹਨਾਂ ਨੇ ਢਾਹਤੀ, ਉਦੋਂ ਬਾਅਦ ਜਿੰਨਾ ਪੰਗਾ ਪੈ ਗਿਆ, ਉਦੋਂ ਬਾਅਦ ਉਹਨਾਂ ਨੇ ਫੈਸਲਾ ਕਰਤਾ ਇੱਕ ਸਰਕਾਰ ਨੇ, ਕਿਉਂਕਿ ਇਹ ਬੀਜੇਪੀ ਮਿਨੋਰਟੀ ਸੀ, ਨਹੀਂ ਕਰ ਸਕੀ ਸੀ, ਇਹਨਾਂ ਦੇ ਬੰਦੇ ਹੀ ਥੋੜੇ ਸੀਗੇ। ਉਦੋਂ ਫੈਸਲਾ ਹੋਇਆ, ਇੱਕ ਕਾਨੂੰਨ ਬਣਿਆ, ਰਿਲੀਜੀਅਸ ਪਲੇਸਿਸ ਸਪੈਸ਼ਲ ਪ੍ਰੋਵੀਜ਼ਨਸ ਐਕਟ 1991। ਉਹ ਕਾਨੂੰਨ 'ਚ ਕਹਿ ਦਿੱਤਾ ਗਿਆ ਕਿ ਜਿਹੜੀ ਵੀ ਪੋਜੀਸ਼ਨ ਕਿਸੇ ਵੀ ਧਾਰਮਿਕ ਸਥਾਨ ਦੀ 15 ਅਗਸਤ 1947 ਨੂੰ ਸੀ, ਉਹ ਉਹੀ ਰਹੇਗੀ, ਉਹ 'ਚ ਬਦਲਾਅ ਨਹੀਂ ਕਰਿਆ ਜਾਏਗਾ। ਉਹ ਕਾਨੂੰਨ ਜਿਹੜਾ ਹੈਗਾ ਉਹ ਅੱਜ ਵੀ ਲਾਗੂ ਹੈ। ਉਸ ਕਾਨੂੰਨ ਦੇ ਤਹਿਤ ਇਹ ਨਹੀਂ ਕਰ ਸਕਦੇ ਸੀ ਕੁਝ ਵੀ। ਪਹਿਲਾਂ ਲੋਕਾਂ ਨੂੰ ਭੁਲੇਖਾ ਪੈਂਦਾ ਹੈ, ਕਈ ਵਾਰ ਸਾਨੂੰ ਇਹ ਵੀ ਭੁਲੇਖਾ ਪੈਂਦਾ ਹੈ ਵੀ ਅਸੀਂ ਜੀ ਬਾਬਰੀ ਮਸਜਿਦ ਚਲ ਹੁਣ ਪੰਗਾ ਖਤਮ ਹੋਇਆ। ਬਾਬਰੀ ਮਸਜਿਦ ਨਾਲ ਪੰਗਾ ਨਹੀਂ ਖਤਮ ਹੋਣਾ, ਪੰਗਾ ਤਾਂ ਬਲਕਿ ਵੱਧਦਾ ਹੈ। ਜਦ ਤੁਸੀਂ ਕਿਸੇ ਬੰਦੇ ਦੀ ਨਜਾਇਜ਼ ਮੰਗ ਨੂੰ ਮੰਨਦੇ ਹੋ, ਉਦੋਂ ਪੰਗਾ ਵੱਧਦਾ ਹੁੰਦਾ ਹੈ। ਜਦ ਤਾਂ ਡਾਕੂਮੈਂਟਰੀ ਪ੍ਰੂਫ, ਝਗੜੇ ਚੱਲਦੇ ਰਹਿੰਦੇ ਨੇ, ਦੁਨੀਆ 'ਚ ਬਥੇਰੇ ਝਗੜੇ ਚੱਲਦੇ ਨੇ, ਤੇ ਉਹ ਝਗੜਿਆਂ ਨੂੰ ਤੁਸੀਂ, ਸਾਡੇ ਵਾਸਤੇ ਗੰਗਾ ਦਰਿਆ ਪਵਿੱਤਰ ਹੈ, ਪਰ ਜਦ ਗੰਗਾ ਦਰਿਆ ਸਮੁੰਦਰ 'ਚ ਜਾਂਦਾ, ਉਹ ਸਾਡੇ ਕੋਲੋਂ ਹੀ ਥੋੜ੍ਹਾ ਜਾਂਦਾ। ਗੰਗਾ ਤੇ ਬ੍ਰਹਮਪੁੱਤਰ ਇਹ ਕਦੇ ਇੰਡੀਆ ਦੇ ਵਿੱਚੋਂ ਦੀ ਨਹੀਂ ਲੰਘਦੇ। ਸੋ ਇਸ ਕਰਕੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਜਿਹੜੀ ਕੁਦਰਤੀਆਂ ਜਿਹੜੀਆਂ ਦਾਤਾਂ ਨੇ, ਜ਼ਮੀਨ ਕੁਦਰਤੀ ਦਾਤ ਹੈ, ਹਵਾ ਕੁਦਰਤੀ ਦਾਤ ਹੈ, ਪਾਣੀ ਕੁਦਰਤੀ ਦਾਤ ਹੈ। ਅਸਲ 'ਚ ਇਹ ਕੀ ਕਰਦੇ ਨੇ, ਇਹ ਹਰੇਕ ਚੀਜ਼ ਨੂੰ ਆਪਦਾ ਗਲਬਾ ਪਾਉਣਾ ਚਾਹੁੰਦੇ ਨੇ, ਕਿਉਂਕਿ ਕਾਰਪੋਰੇਟ ਨੂੰ ਦੇਣੀ ਹੈ, ਉਹਦੇ ਵਾਸਤੇ ਲੋਕਾਂ ਨੂੰ ਲੜਾ ਕੇ ਰੱਖਣਾ ਚਾਹੁੰਦੇ ਨੇ। ਹੁਣ ਗਿਆਨਵਾਪੀ ਮਸਜਿਦ ਦੀ ਜੇ ਅਸੀਂ ਗੱਲ ਕਰੀਏ, ਇਹ ਕੀ ਕਹਿੰਦੇ ਨੇ, ਪਹਿਲਾਂ ਉਹਦੀ ਥੋੜ੍ਹੀ ਜਿਹੀ ਮੈਂ 2-3 ਮਿੰਟਾਂ 'ਚ ਹੀ ਵੀ ਹੈ ਕੀ ਉਹ। ਇਹ ਕਹਿੰਦੇ ਨੇ ਕਿ ਜੀ ਜਿਹੜੀ ਗਿਆਨਵਾਪੀ ਮਸਜਿਦ ਬਣੀ ਹੈ, ਇਹ 1669 'ਚ ਔਰੰਗਜ਼ੇਬ ਨੇ ਬਣਾਈ ਹੈ। ਅੱਜ ਤੋਂ ਜਾਣੀ ਕਿ ਜੇ ਆਪਾਂ ਕਹੀਏ 450 ਸਾਲ ਪਹਿਲਾਂ, ਠੀਕ ਹੈ, 400 ਸਾਲ ਪਹਿਲਾਂ। ਜੇ 450 ਸਾਲ ਪਹਿਲਾਂ ਇਹ ਔਰੰਗਜ਼ੇਬ ਨੇ 450 ਸਾਲ ਪਹਿਲਾਂ ਬਣਾਈ ਹੈ, ਮੰਨ ਲਈਏ ਉਹਨੂੰ ਮੰਦਰ ਨੂੰ ਢਾਹ ਕੇ, ਤਾਂ ਪਤਾ ਨਹੀਂ ਕਿੰਨੀਆਂ ਮਸਜਿਦਾਂ ਢਾਈਆਂ ਹੋਣਗੀਆਂ, ਕਿੰਨੇ ਮਸਜਿਦ ਢਾਈਆਂ ਹੋਣਗੀਆਂ, ਕਿੰਨੇ ਮੰਦਰ ਢਾਏ ਹੋਣਗੇ, ਕਿੰਨੇ ਫੇਰ। ਉਦੋਂ ਪਹਿਲਾਂ ਇੱਥੇ ਬੁੱਧ ਦੇ ਬਹੁਤ ਜ਼ਿਆਦਾ ਸੀਗੇ। ਇਹ ਜਿਹੜੀ ਗਿਆਨ ਦੀ ਯੂਨੀਵਰਸਿਟੀ ਹੈ, ਤੇ ਉਹ ਸਾਰੀ ਬੌਧ ਯੂਨੀਵਰਸਿਟੀ ਸੀ। ਇਹਨਾਂ ਨੇ ਸਾਰੀਆਂ ਨੇ ਯੂਨੀਵਰਸਿਟੀਆਂ, ਇਹਨਾਂ ਨੇ ਬੌਧਾਂ ਦੇ ਮੰਦਰ ਢਾਏ ਨੇ, ਇਹਨਾਂ ਨੇ ਉਹਨਾਂ ਦੇ ਮੱਠ ਢਾਏ ਨੇ। ਉਹ ਕੌਣ, ਉਹਦਾ ਕੌਣ ਜ਼ਿੰਮੇਵਾਰ ਹੈ? ਕਿਉਂਕਿ ਉਹ ਤਾਂ ਅਸ਼ੋਕ ਨੇ ਬਣਾਏ ਸੀ। ਅਸ਼ੋਕ ਨੂੰ ਇਹ ਆਪਦਾ ਹਿੰਦੂ ਰਾਜਾ ਮੰਨਦੇ ਨੇ, ਜਾਂ ਤਾਂ ਕਹਿਣ ਵੀ ਅਸ਼ੋਕ ਤਾਂ ਹਿੰਦੂ ਹੈ ਨਹੀਂ ਸੀ। ਜੇ ਅਸ਼ੋਕ ਹਿੰਦੂ ਰਾਜਾ ਸੀ, ਉਹਨੇ ਬੁੱਧ ਧਰਮ ਦਾ ਫੈਲਾਅ ਕਰਿਆ, ਉੱਥੇ ਬੁੱਧਾਂ ਦੀ ਯੂਨੀਵਰਸਿਟੀ ਬਣਾਈ ਗਈ ਗਿਆ ਦੇ ਵਿੱਚ। ਉਹ ਬੜੀ ਵੱਡੀ ਯੂਨੀਵਰਸਿਟੀ ਸੀ। ਉਹਦੇ ਵਿੱਚ ਜਿਹੜਾ ਬੰਦਾ ਚਲਿਆ ਜਾਂਦਾ ਸੀ, ਉਹਨੂੰ ਕੋਈ ਡਿਗਰੀ ਨਹੀਂ ਦਿੰਦੇ ਸੀ, ਉਹਨੂੰ ਇੱਕੋ ਹੁੰਦਾ ਸੀ ਵੀ ਇਹ ਗਿਆ ਦੇ ਵਿੱਚ ਸਟੱਡੀ ਕਰਕੇ ਗਿਆ। ਤੇ ਇਹੋ ਜਿਹਾ ਉਹਦਾ ਸਟੇਟਸ ਸੀ ਵੀ ਜਿਹੜਾ ਉੱਥੇ ਪੜ੍ਹ ਲਿਆ ਬਸ ਉਹ ਮਹਾਨ ਬਣ ਗਿਆ, ਔਰ ਹਰ ਵਿਸ਼ੇ ਦੀ ਸਟੱਡੀ ਸੀ। ਸੋ ਇਹ ਜੇ ਆਪਾਂ ਐ ਉਧੇੜਾਂਗੇ ਤੇ ਫਿਰ ਤਾਂ ਕੰਮ ਕਦੇ ਖਤਮ ਨਹੀਂ ਹੋਣਾ। ਕਿੰਨੀ ਥਾਂ ਤੇ ਕਾਲਜ ਸੀਗੇ, ਉਹ ਢਾਹ ਕੇ ਹੋਰ ਕੁਝ ਬਣ ਗਿਆ, ਵਪਾਰਕ ਸੈਂਟਰ ਬਣ ਗਏ, ਕਿਤੇ ਕੋਈ ਲਾਇਬ੍ਰੇਰੀ ਸੀ ਉਹਦਾ ਕੁਝ ਹੋਰ ਬਣ ਗਿਆ। ਸੋ ਐ ਨਹੀਂ ਖਤਮ ਹੁੰਦਾ ਹੁੰਦਾ। ਇਹਦੇ ਮੰਦਰਾਂ, ਮਸੀਤਾਂ, ਗੁਰਦੁਆਰਿਆਂ ਦਾ, ਗਿਰਜਾਘਰਾਂ ਦਾ, ਗਿਰਜਾਘਰ ਤਾਂ ਭਾਰਤ 'ਚ ਹੈ ਹੀ ਨਹੀਂ ਸੀਗੇ। ਗਿਰਜਾਘਰ ਕਿੰਨੇ ਨੇ, ਉਹ ਵੀ ਤਾਂ ਕਿਸੇ ਜ਼ਮੀਨ 'ਤੇ ਹੀ ਬਣੇ ਨੇ ਨਾ। ਉਹ ਜ਼ਮੀਨ ਤਾਂ ਪਹਿਲਾਂ ਪਤਾ ਨਹੀਂ ਕੀ ਕੁਛ ਸੀਗਾ। ਉਹਦੇ ਬਹਾਨੇ ਲਾ ਕੇ ਕਰਨਾ, ਇਹ ਸਾਰੇ ਇਤਿਹਾਸ ਨੂੰ ਇਦਾਂ ਬਦਲਣ ਦੀ ਕੋਸ਼ਿਸ਼ ਕਰਨਾ, ਇਹ ਗਲਤ ਹੁੰਦਾ। ਜੇ ਇਹੀ ਗੱਲ ਸੀ ਤਾਂ ਫਿਰ ਜਿਹੜਾ ਪਾਕਿਸਤਾਨ 'ਚ ਏਰੀਆ ਗਿਆ ਹੈ, ਉਹ ਸਾਰੇ ਦੇ ਸਾਰੇ ਏਰੀਆ ਭਾਰਤ ਦਾ ਸੀ, ਤੇ ਫਿਰ ਤਾਂ ਮੁਸਲਮਾਨ ਤਾਂ ਬਾਹਰੋਂ ਆਏ ਸੀ, ਫਿਰ ਤਾਂ ਉਹ ਏਰੀਆ ਇਹਨਾਂ ਨੂੰ ਦੇਣਾ ਨਹੀਂ ਚਾਹੀਦਾ ਸੀ।
ਇਹ ਕਹਿੰਦੇ ਨੇ ਕਾਂਗਰਸ ਨੇ ਦਿੱਤਾ, ਕਾਂਗਰਸ ਦੇਣ ਨੂੰ ਤਿਆਰ ਹੋ ਗਈ ਸੀ, ਇਹ ਲੜ ਮਰ ਜੇ, ਕਿਉਂਕਿ 1925 ਚ ਇਹਨਾਂ ਨੇ ਬਣਾ ਲਈ ਸੀ ਆਪਦੀ RSS। ਇਹ ਖੜ ਜਾਂਦੇ ਡਾਂਗਾ ਲੈ ਕੇ, ਫਿਰ ਜਿਹੜੀਆਂ ਅੱਜ ਡੰਡੇ ਜੇ ਲਈ ਫਿਰਦੇ ਨੇ, ਅੱਜ ਮੁਸਲਮਾਨਾਂ ਨੂੰ ਡਰਾ ਕੇ ਰੱਖਿਆ ਹੋਇਆ, ਉਦੋਂ ਡਰਾ ਲੈਂਦੇ। ਉਦੋਂ ਮਾਰਕੀਟ ਕਾਟ ਕਰਾਈ, ਉਦੋਂ ਵੀ ਸਿਆਸਤ ਨੇ ਕਰਾਈ, ਕੋਈ ਲੋਕਾਂ ਨੇ ਨਹੀਂ ਕਰੀ। ਲੋਕ ਤਾਂ ਆ ਕੇ ਪਤਾ ਨਹੀਂ ਕਿੰਨੇ ਕਨਵਰਟ ਨੇ। ਹੁਣ ਇੱਥੇ ਕ੍ਰਿਸਚੀਅਨ ਨੇ ਜਿਹੜੇ, ਮੈਂ ਗੁਰਦਾਸਪੁਰ ਚ ਰਿਹਾ, ਉੱਥੇ ਜਿਹੜੇ ਕ੍ਰਿਸਚੀਅਨ ਉਹ ਤਾਂ ਵਿਚਾਰੇ ਸ਼ਡਿਊਲਡ ਕਾਸਟ ਨੇ, ਹਾਲਤ ਤਾਂ ਉਹਨਾਂ ਦੀ ਅੱਜ ਵੀ ਉਹੀ ਜੀ ਹੈ, ਸਿਰਫ ਆਪਦੇ ਨਾਂ ਨਾਲ ਮਸੀਹ ਲਾਉਂਦੇ ਨੇ। ਤੇ ਉਹ ਸ਼ਡਿਊਲਡ ਕਾਸਟ ਜਿਹੜਾ ਕ੍ਰਿਸਚੀਅਨ ਹੈ ਗੁਰਦਾਸਪੁਰ ਦਾ, ਤੇ ਜਿਹੜਾ ਇੱਧਰ ਦੇ ਸੰਗਰੂਰ ਜ਼ਿਲ੍ਹੇ ਦਾ ਸ਼ਡਿਊਲਡ ਕਾਸਟ ਆ, ਉਹ 'ਚ ਕੋਈ ਬਹੁਤਾ ਫਰਕ ਨਹੀਂ ਹੈ। ਬੋਲੀ ਦਾ ਜਿੰਨਾ ਕੁ ਫਰਕ ਉੱਥੇ ਗੁਰਦਾਸਪੁਰ 'ਚ ਹੁੰਦਾ ਉਹਨਾਂ ਕੁ ਬਾਕੀਆਂ 'ਚ ਵੀ ਹੈ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜੇ ਐਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਨਹੀਂ ਮਿਲਣਾ, ਤੁਹਾਨੂੰ ਕੁਝ ਵੀ, ਕਿਉਂਕਿ ਲੋਕ ਤਾਂ ਇਹਨਾਂ ਦੇ ਲੀਡਰਾਂ ਤੇ ਉਠਾਉਂਦੇ ਨੇ। ਐਂ ਤਾਂ ਫਿਰ ਕਈ ਸਿੰਧੀ ਲੀਡਰ ਨੇ ਇਹਨਾਂ ਦੇ, ਸਿੰਧ 'ਚੋਂ ਆਏ ਹੋਏ ਨੇ, ਫਿਰ ਉਹਨਾਂ ਨੂੰ ਅਗਲਾ ਕਹੋਗੇ ਇੱਥੇ ਜੀ ਪਾਕਿਸਤਾਨ ਦੇ ਨੇ, ਸਾਡੇ ਤੋਂ ਉਰੇ ਬੋਰਨ ਹੀ ਨਹੀਂ ਹੈਗੇ, ਇਹ ਕਿਉਂ ਨੇ ਇੱਥੇ? ਫਿਰ ਤਾਂ ਸਵਾਲ ਇਹ ਤਾਂ ਸਵਾਲ ਪੈਦਾ ਹੋਏਗਾ ਨਾ ਵੀ ਇਹਨਾਂ 'ਚ ਧਰਤੀ, ਜਨਮ ਧਰਤੀ ਹੀ ਨਹੀਂ ਹੈ ਇਹ ਜੀ, ਇਹ ਦੱਸੋ ਇੱਥੇ ਕਿਵੇਂ ਨੇ? ਸੋ ਇਹ ਗੱਲਾਂ ਨਹੀਂ ਹੁੰਦੀਆਂ। ਅੱਜ ਸਮਾਜ ਹੋਰ ਬਦਲ ਗਿਆ। ਹੁਣ ਗਿਆਨਵਾਪੀ ਮਸਜਿਦ ਦਾ ਇਹ ਕਹਿੰਦੇ ਢਾਕੇ ਬਣਾਤੀ, ਉਦੋਂ ਬਾਅਦ ਇਹ ਕਹਿੰਦੇ ਨੇ ਕਿ ਜੀ ਜਦੋਂ ਬਣਾਤੀ ਉਸਨੇ ਤਾਂ ਇੱਕ ਅਹਿਲਿਆ ਹੋਲਕਰ ਰਾਣੀ ਸੀਗੀ, ਉਹਨੇ ਫਿਰ ਇਹਦੇ ਬਰਾਬਰ ਤੇ ਟੈਂਪਲ ਬਣਾਇਆ, ਮੰਦਰ ਬਣਾਇਆ ਉੱਥੇ, ਸ਼ਿਵਲਿੰਗ ਸ਼ਿਵਲਿੰਗ ਉਹਨਾਂ ਨੇ ਸਥਾਪਿਤ ਕੀਤਾ। ਉਹ ਜਿਹੜਾ ਮੰਦਰ ਬਣਾਇਆ, ਜਿਹੜਾ ਅੱਜ ਵੀ ਹੈ, ਜਿਹੜਾ ਅੱਜ ਵੀ ਉੱਥੇ ਮੰਦਰ ਹੈ, ਤੇ ਉਹ ਸ਼ਿਵ ਟੈਂਪਲ ਜਿਹੜਾ ਹੈਗਾ ਅੱਜ ਵੀ ਉਹ ਉਸਨੇ ਬਣਾਇਆ, ਉਹ ਵੀ ਉਹਨੇ 300 ਸਾਲ ਪਹਿਲਾਂ ਬਣਾਇਆ। ਸੋ ਜੇ ਉਹਨੇ ਉਹ ਮੰਦਰ ਬਣਾਤਾ, ਉਹ ਮੰਦਰ ਬਣ ਗਿਆ, ਮਸਜਿਦ ਦੇ ਨੇੜੇ ਬਣ ਗਿਆ, ਮਸਜਿਦ ਬਣ ਗਈ। ਉਹ ਗੜੇ ਮੁਰਦੇ ਉਠਾਉਣ ਦੀ ਬਜਾਏ ਅੱਜ ਉਸ ਮੰਦਰ ਨੂੰ ਹੁਣ ਕੀ ਕਰ ਰਹੇ ਨੇ ਇਹਨਾਂ ਨੇ 1984 ਚ ਜਦ ਦੇਖਿਆ ਵੀ ਹਿੰਦੂਵਾਦ ਦਾ ਜਿਹੜਾ ਅਸਰ ਹੈ ਉਹ ਵੋਟਾਂ ਜਿਤਾ ਰਿਹਾ ਹੈ, ਇਹ 1984 ਚ ਇਹਨਾਂ ਨੇ, ਇਹਨਾਂ ਦੇ ਇੱਕ ਬੰਦੇ ਨੇ VS ਰਸਤੋਗੀ ਹੈ, ਉਹਨੇ ਮੁਕੱਦਮਾ ਪਾਤਾ ਕਿ ਜੀ ਇਹ ਤਾਂ ਹਿੰਦੂ ਮੰਦਰ ਹੈ, ਜਿਹੜੀ ਇਹ ਮਸਜਿਦ ਹੈ। ਕਿੰਨਾ ਦਾ ਕਾਂਗਰਸ ਦਾ, ਉਹ ਅਲਟੀਮੇਟ ਦਾ RSS ਦੇ ਨਾਲ ਹੀ ਜੁੜੇ ਹੋਏ ਨੇ, ਖਾਲੀ ਸਾਰੀ RSS ਕਰਾ ਰਿਹਾ। ਸੋ ਉਹ ਜਿਹੜਾ ਰਸਤੋਗੀ ਨੇ ਮੁਕੱਦਮਾ ਪਾਇਆ ਸੀ, ਉਧਰੋਂ ਉੱਥੇ ਜਿਹੜੀ ਹੈਗੀ ਹੈ ਇੰਤਜ਼ਾਮੀਆ ਕਮੇਟੀ, ਉਹ ਕਮੇਟੀ ਹੈਗੀ ਹੈ IMJ, ਇੰਤਜ਼ਾਮੀਆ ਇਹ ਮਸਜਿਦ ਕਮੇਟੀ। ਉਹ ਜਿਹੜੀ ਇੰਤਜ਼ਾਮੀਆ ਮਸਜਿਦ ਕਮੇਟੀ ਹੈ, ਉਸ ਨੇ ਵੀ ਮੁਕੱਦਮਾ ਪਾਤਾ ਕਾਊਂਟਰ ਵੀ ਜੀ ਇਹ ਨਹੀਂ, ਇਹ ਗਲਤ ਹੈ। ਇਸ ਨੇ ਇਹ ਆ ਕੇ 1991 ਦੇ ਐਕਟ ਦੇ ਤਹਿਤ ਇਹ ਹੋ ਗਿਆ ਕਿ ਜੀ 1991 ਦੇ ਐਕਟ ਦੇ ਤਹਿਤ ਇਹਨੂੰ ਤੁਸੀਂ ਕੁਝ ਕਰ ਨਹੀਂ ਸਕਦੇ। ਪਰ ਇਹਨਾਂ ਦੀ ਸਰਕਾਰ ਆਈ 98 ਚ ਇਹਨਾਂ ਨੇ ਫਿਰ ਉੱਥੇ ਚਲੂ ਕੇ ਥੱਲੇ ਵਾਲੇ ਜੱਜ ਸਾਹਿਬ ਤੋਂ ਆਰਡਰ ਕਰਾ ਲਿਆ ਵੀ ਇੱਥੇ ਜਿਹੜੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਉਹ ਸਰਵੇ ਕਰਕੇ ਦੇਖੇ ਵੀ ਇਹ, ਕਿਉਂਕਿ ਇਹਨਾਂ ਨੂੰ ਉਹ ਬਾਬਰੀ ਮਸਜਿਦ ਦਾ ਤਜਰਬਾ ਹੋ ਗਿਆ ਸੀ, ਸਰਵੇ ਕਰਕੇ ਦੇਖੇ ਵੀ ਇਹਦੇ ਥੱਲੇ ਟੈਂਪਲ ਹੈਗਾ ਸੀ ਜਾਂ ਨਹੀਂ ਸੀ। ਅੱਛਾ, ਮੂਰਤੀਆਂ ਰੱਖਣ ਦਾ ਇਹਨਾਂ ਦਾ ਰੋਜ਼ ਹੀ ਤਜਰਬਾ। ਆਪਾਂ ਛੱਡੋ ਤੁਸੀਂ ਉੱਥੇ ਦੀ ਗੱਲ, ਤੁਸੀਂ ਜਿੱਥੇ ਜਗ੍ਹਾ ਮਲਣੀ ਹੋਵੇ ਉੱਥੇ ਜਾ ਕੇ ਮੂਰਤੀਆਂ 4 ਰੱਖ ਕੇ ਕਿਤੇ ਪੇਪਰ ਥੱਲੇ ਬਹਿ ਜਾਂਦਾ ਬੰਦਾ, ਹੌਲੀ ਹੌਲੀ ਉੱਥੇ ਮੰਦਰ ਬਣਾਉਂਦਾ। ਮੈਂ ਰੋਜ਼ ਹੀ ਦੇਖਦਾ। ਸ਼ਾਮ ਰਾਤ ਜਗ੍ਹਾ ਨੂੰ ਦੱਬਣ ਦਾ ਬੈਸਟ ਤਰੀਕਾ ਹੈ ਵੀ ਕੋਈ ਪੀਰ ਤਾਂ ਹੁਣ ਘੱਟ ਨੇ ਕਿਉਂਕਿ ਉਹਨਾਂ ਨੂੰ ਬਸਣ ਹੀ ਨਹੀਂ ਦਿੰਦੇ। ਕੋਈ ਗੁਰਦੁਆਰਾ ਤੇ ਮੰਦਰ ਪੰਜਾਬ 'ਚ ਜਿੱਥੇ ਮਰਜ਼ੀ ਬਣਾ ਲੈ, ਕੋਈ ਨਹੀਂ ਰੋਕਦਾ। ਕਹੀ ਹੋਈ ਗੱਲ ਦੂਰ ਹੁੰਦੀ ਹੈ। ਆ ਗੁਰਦੁਆਰਾ ਦੂਖਨਿਵਾਰਨ ਸਾਹਿਬ ਹੈ ਤੁਹਾਡੇ ਪਟਿਆਲੇ, ਜਿਹੜੀ ਹੁਣ ਸੜਕ ਹੈ, ਇਸ ਤੋਂ ਪਿਛਲੀ ਸੜਕ ਸੀ ਜਿਹੜੀ ਗੁਰਦੁਆਰੇ ਨੇ ਸਾਰੀ ਰੋਕੀ ਹੋਈ ਹੈ। ਔਰ ਮੈਂ ਮੈਡੀਕਲ ਕਾਲਜ 'ਚ ਪੜ੍ਹਦਾ ਸੀ, ਉਹ ਸੜਕ ਗੁਰਦੁਆਰੇ ਗੇਟ ਦੇ ਅੱਗੋਂ ਨਹੀਂ ਲੰਘਦੀ ਸੀ। ਜਿਹੜੀ ਸਰਹੰਦ ਰੋਡ ਹੈ, ਉਹ ਸਰਹੰਦ ਰੋਡ ਉਹ ਸੀ ਪੁਰਾਣੀ, ਬੱਸ ਸਟੈਂਡ ਤੋਂ ਸਿੱਧੀ ਆਉਂਦੀ ਸੀ, ਰੇਲਵੇ ਫਾਟਕ ਕ੍ਰੋਸ ਕਰਕੇ। ਉਹ ਪੁਲ ਬਣ ਗਿਆ, ਪੁਲ ਦੇ ਉੱਤੋਂ ਦੂਜੇ ਪਾਸੇ ਦੀ ਸੜਕ ਹੋ ਗਈ, ਤੇ ਇਹਨਾਂ ਨੇ ਉਹ ਸਾਰਾ ਪਾਰਕ ਬਣਾ ਲਿਆ ਅੱਗੇ, ਹੁਣ ਗੁਰਦੁਆਰੇ ਦੀ ਜਗ੍ਹਾ ਬਣ ਗਈ। ਏਦਾਂ ਹੀ ਕਾਲੀ ਦੇਵੀ ਦੇ ਮੰਦਿਰ ਦੇ ਆਲੇ ਦੁਆਲੇ ਜਿਹੜੀ ਜਗ੍ਹਾ ਬਣੀ ਹੈ, 2 ਤਾਂ ਤੁਹਾਡੇ ਸਾਹਮਣੇ, ਤੁਹਾਡੇ ਇੱਥੇ ਪਈਆਂ ਨੇ, ਬਾਕੀ ਗੱਲ ਛੱਡੋ। ਬਿਲਕੁਲ। ਤੇ ਮੈਨੂੰ ਤਾਂ ਇਹ ਡਰ ਸੀ ਵੀ ਜੇ ਕਿਤੇ ਥੋੜਾ ਕੁ ਨਾ ਇੱਧਰ ਉੱਧਰ ਦੀ ਗੱਲ ਹੋ ਜਾਂਦੀ, ਜਿਹੜਾ ਗੁਰਦੁਆਰਾ ਸਿੰਘ ਸਭਾ ਤਾਂ ਦੋਨੇ ਪਾਸੇ ਸੜਕ ਲੱਗਦੀ ਹੈ, ਦੋਨੇ ਪਾਸੇ ਰੋਕੀ ਜਾ ਸਕਦੀ ਸੀ ਫਿਰ, ਜੇ ਉਹ ਸੜਕ ਦਾ ਮਾੜਾ ਮੋਟਾ ਮੋੜ ਪਾਉਣਾ ਹੁੰਦਾ। ਸੋ ਇਸ ਕਰਕੇ ਇਹ ਜਿਹੜੀਆਂ ਰਿਲੀਜੀਅਸ ਪਲੇਸਿਸ ਆ, ਇਸ ਤਰ੍ਹਾਂ ਦੇ ਗੱਲ ਕਰਨੀ ਹੈ, ਕਿਸੇ ਨਾ ਕਿਸੇ ਬਹਾਨੇ ਹੈ, ਕਿਸੇ ਨਾ ਕਿਸੇ ਜੋਰ, ਇਹ ਸਾਰੀਆਂ ਕਮਿਊਨਿਟੀਆਂ ਕਰ ਰਹੀਆਂ ਨੇ, ਇਹ ਗਲਤ ਹੈ। ਤੁਸੀਂ ਆਪਦੀ ਵਰਸ਼ਿਪ ਕਰਨੀ ਹੈ, ਤੁਸੀਂ ਆਪਦਾ ਕਰੋ, ਤੁਹਾਨੂੰ ਜਗ੍ਹਾ ਚਾਹੀਦੀ ਹੈ, ਤੁਸੀਂ ਮੁੱਲ ਲਓ। ਹੋ ਸਕਦਾ ਸਰਕਾਰ ਨਾ ਦੇਵੇ ਵੀ ਇਹ ਤਾਂ ਪਬਲਿਕ ਪਲੇਸ ਹੈ, ਤੁਸੀਂ ਉਹਦੇ 'ਤੇ ਐਜੀਟੇਟ ਕਰੋ, ਤੁਸੀਂ ਕੋਰਟ ਜਾ ਕੇ ਬੇਨਤੀ ਕਰੋ ਕਿ ਜੀ ਸਾਡਾ ਇੱਦਾਂ ਰੋਡ ਹੈ, ਸਾਡੇ ਗੁਰਦੁਆਰੇ ਦੇ ਅੱਗੋਂ ਦੀ ਬੱਸਾਂ ਲੰਘਦੀਆਂ ਨੇ, ਅਤੇ ਸਾਡੇ ਤਾਂ ਇੱਥੇ ਐਕਸੀਡੈਂਟ ਹੋਣ ਦਾ ਖਤਰਾ ਹੈ।
ਮੈਂ ਕਹਿੰਦਾ ਮਾਲ ਨੂੰ ਬੰਦ ਕਰਾ ਲੈਣ ਜੇ ਇਹਨਾਂ ਨੂੰ ਆਈ ਹੈ ਵੀ ਨਹੀਂ ਜੇ ਮਾਲ ਨਾਲ ਤਾਂ ਇੱਥੇ ਸਾਡੇ ਤਾਂ ਬੜੇ, ਕਿਉਂਕਿ ਹੁਣ ਤੁਸੀਂ ਦੇਖਦੇ ਹੋ ਕਰਦੀ ਦੇ ਟੈਂਪਲ ਤੇ ਕਿੰਨਾ ਇਕੱਠ ਹੁੰਦਾ, ਤੇ ਉਹਦੇ ਉੱਤੇ ਐਕਸੀਡੈਂਟ ਹੋਣ ਦਾ ਤਾਂ ਡਰ ਰਹਿੰਦਾ ਹੀ ਹੈ, ਬਦਲਾ ਲੈਣ, ਪਰ ਕੋਈ ਵਿਧੀਵਤ ਤਰੀਕਾ ਹੈ ਨਾ। ਸੋ ਜੇ ਤੁਸੀਂ ਪੁਰਾਣਾ ਕੁਝ ਉਠਾਓਗੇ ਤਾਂ ਪੁਰਾਣਾ ਤਾਂ ਪਤਾ ਨਹੀਂ ਮੰਦਰਾਂ ਸਾਨੂੰ ਕੀ ਕੁਝ ਨਿਕਲਿਆ ਆਵੇ, ਫਿਰ ਕੀ ਕਰੋਗੇ? ਜੇ ਕਿਸੇ ਮੰਦਰਾਂ ਗੁਰਦੁਆਰਿਆਂ ਦੇ ਥੱਲਿਓਂ ਕੋਈ ਸ਼ਮਸ਼ਾਨ ਘਾਟ ਜਾਂ ਕਬਰਾਂ ਨਿਕਲੇਗੀਆਂ ਫਿਰ ਆਪਾਂ ਕੀ ਕਹਾਂਗੇ? ਕਿਉਂਕਿ ਜਗ੍ਹਾ ਬਦਲਦੀ ਰਹਿੰਦੀ ਹੈ। ਜਦ ਜਗ੍ਹਾ ਬਦਲ ਜਾਂਦੀ ਹੈ, ਇਹ ਸਿੱਖੀ ਦੇ ਵਿੱਚ ਇਹ ਬਹੁਤ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਸਿੱਖਾਂ ਨੂੰ ਅੱਜ ਸਮਝ ਨਹੀਂ ਆ ਰਹੀ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਹੋਆ, ਸੁਣਿਆ ਤੁਸੀਂ? ਪੂਜਾ ਆਸਨ ਥਾਪਨ ਹੋਆ, ਠੀਕ ਹੈ। ਤੇ ਜਿੱਥੇ ਵੀ ਪੈਰ ਧਰ ਲਿਆ, ਜਿੱਥੇ ਅਸੀਂ ਬਣਾ ਲਿਆ ਮੰਦਿਰ, ਉਹੀ ਸਾਡੀ ਪੂਜਾ ਦਾ ਸਥਾਨ ਬਣ ਗਿਆ। ਜਿੱਥੇ ਕੋਈ ਨਵੇਂ ਪਿੰਡ ਵਸੇ, ਕੋਈ ਪਿੰਡ ਕੋਈ ਪਹਿਲਾਂ ਜੱਦੀ ਸੀਗੇ, ਪਿੰਡ ਹੌਲੀ ਹੌਲੀ ਵਸੀ ਗਏ, ਹਰ ਇੱਕ ਪਿੰਡ ਦੀ ਆਪਦੀ ਕਹਾਣੀ ਹੈ ਵੀ ਕੌਣ ਆਇਆ, ਕਿਵੇਂ ਵਸਿਆ, ਕਿਵੇਂ ਉਹਦੀਆਂ ਪੱਤੀਆਂ ਬਣੀਆਂ, ਉਹਨਾਂ ਨੇ ਉੱਥੇ ਆਪਦਾ ਕੋਈ ਮੰਦਿਰ ਗੁਰਦੁਆਰਾ ਵੀ ਬਣਾ ਲਿਆ। ਜਿੱਥੇ ਵੀ ਕੋਈ ਚੰਡੀਗੜ੍ਹ ਵਸਿਆ, ਚੰਡੀਗੜ੍ਹ ਤਾਂ ਕੋਈ ਸ਼ਹਿਰ ਨਹੀਂ ਸੀ, ਇੱਥੇ ਹਰੇਕ ਸੈਕਟਰ 'ਚ ਗੁਰਦੁਆਰਾ ਵੀ ਹੈ, ਮੰਦਿਰ ਵੀ ਹੈ। ਹੁਣ ਉਹਨੂੰ ਕੋਈ ਕੀ ਕਹੇਗਾ? ਔਰ ਉਹ ਪੂਜਾ ਸਫਲ ਬਣ ਗਏ। ਕਿਉਂਕਿ ਜਦ ਤੁਸੀਂ ਆਪਣਾ ਡਾਇਟੀ, ਜੋ ਤੁਸੀਂ ਜਿਹਦੀ ਪੂਜਾ ਕਰਦੇ ਹੋ, ਜਿਹਦੇ ਅੱਗੇ ਸੀਸ ਨਿਵਾਉਂਦੇ ਹੋ, ਜਦ ਤੁਸੀਂ ਉਹ ਬਣਾ ਲਿਆ ਤਾਂ ਤੁਹਾਡਾ ਪੂਜਾ ਸਫਲ ਬਣ ਗਿਆ। ਉਹ ਪਹਿਲਾਂ ਸੀ ਨਹੀਂ ਸੀ, ਇਹ ਕੋਈ ਸਵਾਲ ਨਹੀਂ ਹੈ। ਇਸ ਹਿਸਾਬ ਨਾਲ ਜੇ ਅੱਜ ਇਹਨਾਂ ਦੀ ਗੱਲ ਮੰਨੀ ਜਾਵੇ ਤਾਂ ਇੱਥੇ ਜਿੰਨੇ ਇਹ ਬਣੇ ਹੋਏ ਨੇ ਆਪਣੇ ਸੁਸਾਇਟੀਆਂ, ਇਹ ਸਾਰਿਆਂ ਦੀ ਕਿਸਾਨ ਨੂੰ ਜ਼ਮੀਨ ਮੰਗਣੀ ਚਾਹੀਦੀ ਹੈ ਵੀ ਤਾਂ ਜ਼ਮੀਨ ਹੀ ਸਾਡੀ ਸੀ, ਤੁਸੀਂ ਧੱਕੇ ਨਾਲ ਸਭ ਤੋਂ ਲੈ ਕੇ ਆਪਦਾ ਬਣਾ ਲਿਆ, ਸਾਨੂੰ ਪੈਸੇ ਥੋੜ੍ਹੇ ਜਿਹੇ ਦਿੱਤੇ, ਅੱਜ ਤੁਸੀਂ ਨੋਟ ਬਣਾ ਰਹੇ ਹੋ। ਇਹ ਸਾਰਾ ਚੰਡੀਗੜ੍ਹ ਢਾਹੋ, ਇਹ ਤਾਂ ਜ਼ਮੀਨ ਸਾਡੀ ਸੀ। ਪਟਿਆਲਾ ਛੋਟਾ ਜਿਹਾ ਸ਼ਹਿਰ ਸੀ, ਬਾਬਾ ਆਲਾ ਨੇ ਵਸਾਇਆ, ਤੁਹਾਨੂੰ ਪਤਾ ਹੀ ਹੈ, ਆਲਾ ਸਿੰਘ ਨੇ, ਤੇ ਉਹ ਜਿਹੜੇ ਆਲੇ ਦੁਆਲੇ ਐਕਸਪੈਂਸ਼ਨ ਹੋਈ ਉਹ ਕਹਿਣਗੇ ਸਾਡੀ ਜ਼ਮੀਨ ਸੀ। ਫਿਰ ਤਾਂ ਕੋਈ ਅੰਤ ਨਹੀਂ ਹੋਣਾ ਇਸ ਤਰ੍ਹਾਂ ਦਾ। ਔਰ ਪੁਰਾਣੇ ਜ਼ਮੀਨੇ ਤੁਹਾਨੂੰ ਲੱਭ ਜਾਣਗੇ, ਪੁਰਾਣੇ ਤਖਮੀਨੇ ਲੱਭ ਜਾਣਗੇ, ਤੁਹਾਨੂੰ ਪੁਰਾਣੇ ਨਕਸ਼ੇ ਲੱਭ ਜਾਣਗੇ। ਆਰਕੀਓਲੋਜੀ ਦਾ ਡਿਪਾਰਟਮੈਂਟ ਪੁਰਾਤਤਵ ਵਿਭਾਗ ਪਟਿਆਲੇ ਕਿਲੇ ਦੇ ਵਿੱਚ ਲੈ ਗਏ ਹੁਣ ਇਹ ਬਾਰਾਂਦਰੀ ਚੋਂ ਕੱਢ ਕੇ। ਸੋ ਇਸ ਕਰਕੇ ਗਿਆਨ ਵਾਪੀ ਮਸਜਿਦ ਦਾ ਜਿਹੜਾ ਮਾਮਲਾ ਹੈ, 98 'ਚ ਉਹਨਾਂ ਨੇ ਕਹਿਤਾ ਵੀ ਹਾਂ ਸਰਵੇ ਹੋਵੇ, ਪਰ ਫਿਰ ਉਹ ਹਾਈ ਕੋਰਟ ਚਲੇ ਗਏ। ਹਾਈ ਕੋਰਟ ਨੇ ਕਿਹਾ ਵੀ ਨਹੀਂ, ਸੈਕਸ਼ਨ 4 ਦੇ ਅੰਡਰ ਸਰਵੇ ਅਲਾਊਡ ਨਹੀਂ ਹੈ। ਉਹ ਉਹਦੇ 'ਤੇ ਰੋਕ ਲੱਗ ਗਈ। ਉਹ ਰੋਕ 22 ਸਾਲ ਲੱਗੀ ਰਹੀ। 2019 'ਚ ਆ ਕੇ ਫਿਰ ਇਹਨਾਂ ਨੇ ਮੁਕੱਦਮਾ ਪਾ ਲਿਆ, ਕਿਉਂਕਿ 19 'ਚ ਜਿੱਤ ਗਏ, ਫਿਰ ਇਹਨਾਂ ਨੂੰ ਐਂ ਲੱਗਿਆ ਵੀ ਹੁਣ ਤਾਂ ਆਪਾਂ ਪਾਵਰ 'ਚ। ਉਹ 2019 ਦੇ ਮੁਕੱਦਮੇ ਦੇ ਉੱਤੇ ਹਾਈ ਕੋਰਟ ਨੇ ਹਾਲਾਂਕਿ ਸਟੇ ਦਿੱਤੀ ਸੀ, ਪਰ ਥੱਲੇ ਵਾਲੀ ਕੋਰਟ ਨੇ ਹਾਈ ਕੋਰਟ ਦੀ ਸਟੇ ਦੇ ਬਾਵਜੂਦ ਉਹ ਸਟੇ ਚੱਲਦੇ ਹੋਏ ਇਹ ਕਹਿਤਾ ਵੀ ਐਸਆਈ ਇਹਦਾ ਨਿਰੀਖਣ ਕਰੇਗੀ। ਉਹਦੇ 'ਚ 5 ਮੈਂਬਰ ਹੋਣਗੇ, ਜਿਨ੍ਹਾਂ 'ਚੋਂ 3 ਹਿੰਦੂਆਂ ਦੇ ਹੋਣਗੇ, 2 ਮੁਸਲਮਾਨਾਂ ਦੇ ਹੋਣਗੇ, ਤੇ ਇੱਕ ਜਿਹੜਾ ਹੋਏਗਾ ਉਹ ਐਕਸਪਰਟ ਹੋਏਗਾ, ਸਰਵੇਅਰ ਹੋਏਗਾ, ਸਰਵੇ ਵਿਭਾਗ ਦਾ। ਹੁਣ ਉਹਦੇ ਵਿੱਚ ਜਿਹੜੇ ਹੈਗੇ ਵੀ ਨਕਸ਼ੇ ਬਣਾਓ ਜੀ, ਤੁਸੀਂ ਗੁਪਤ ਰੱਖੋ ਜੀ। ਫਿਰ ਉਹਦੇ 'ਚ ਕੀ ਕਹਿਤਾ, ਇੱਕ ਉਹ ਆਰਡਰ ਜਿਹੜਾ ਉਹ ਆਰਡਰ ਬੜਾ ਹੀ ਖਤਰਨਾਕ ਹੈ। ਉਹ ਆਰਡਰ 'ਚ ਕਹਿਤਾ ਵੀ ਉੱਥੇ ਮਸਜਿਦ ਦੇ ਵਿੱਚ ਨਮਾਜ਼ ਪੜ੍ਹੀ ਜਾਊਗੀ ਸਰਵੇ ਦੇ ਦੌਰਾਨ ਵੀ, ਪਰ ਜੇ ਕਿਸੇ ਤਰ੍ਹਾਂ ਉੱਥੇ ਨਮਾਜ਼ ਨਾ ਪੜ੍ਹੀ ਜਾ ਸਕਦੀ ਹੋਵੇ ਤਾਂ ਉਹਨਾਂ ਨੂੰ ਹੋਰ ਜਗ੍ਹਾ ਦੇਣੀ ਪਊ ਨਮਾਜ਼ ਪੜ੍ਹਨ ਵਾਸਤੇ। ਜਗ੍ਹਾ ਕੀ ਦੇਣੀ ਪਊ? ਮਤਲਬ ਇਹ ਉੱਥੋਂ ਕੱਢ ਦੋ, ਸਿੱਧਾ ਮਤਲਬ ਹੈ ਇਹ। ਕਹਿੰਦਾ ਧੀਏ ਨਹੀਂ ਤੂੰ ਗੱਲ ਕਰ, ਨੂੰਹੇ ਨਹੀਂ ਤੂੰ ਕੰਨ ਕਰ। ਕੋਰਟ ਨਹੀਂ ਕਹਿੰਦਾ ਉੱਥੋਂ ਕੱਢ ਦੋ। ਉਹਨਾਂ ਦਾ ਇਹੀ ਹੈ। ਉਹ ਕਹਿੰਦੇ ਜੀ ਤੁਸੀਂ ਵਿਸ਼ਵਨਾਥ, ਕਾਸ਼ੀ ਵਿਸ਼ਵਨਾਥ ਤੁਸੀਂ ਕਹਿੰਦੇ ਹੋ ਵੀ ਇਹ 12 ਜੋਤਰਲਿੰਗਾਂ ਚੋਂ ਸਭ ਤੋਂ ਮਸ਼ਹੂਰ ਜੋਤਰਲਿੰਗ ਹੈ ਸਾਡਾ, ਤੇ ਉਹਨੇ ਜਿਹੜਾ VS ਰਸੋਗੀ ਨੇ ਪਾਇਆ, ਉਹ ਕਹਿੰਦਾ ਜੀ ਡਾਇਟੀ ਦੇ ਵਿਹਾਪ 'ਚ। ਮੈਂ ਕਹਿੰਦਾ ਰੱਬ ਦੇ ਵਿਹਾਪ, ਮੈਂ ਰੱਬ ਦਾ ਦੂਤ ਹਾਂ। ਤੇ ਇਹ ਕਹਿ ਕੇ ਉਹਨੇ ਪਾਇਆ ਹੋਇਆ ਮੁਕੱਦਮਾ ਵੀ ਮੈਂ ਰੱਬ ਦਾ ਦੂਤ ਹਾਂ, ਮੈਂ ਉਹਦਾ ਸੈਕਿੰਡ ਹੋਵਾਂ, ਇਸ ਕਰਕੇ ਇਹ ਰੱਬ ਦੀ ਜਗ੍ਹਾ ਹੈ ਤੇ ਜੋਤਰਲਿੰਗਾਂ ਦੀ, ਤੇ ਮੈਂ ਇਹਦਾ ਮੁਕੱਦਮਾ ਕਰ ਰਿਹਾ ਡਾਇਟੀ ਦੇ ਨਾਂ ਤੇ ਮੁਕੱਦਮਾ ਕਰ ਰਿਹਾ। ਉਹ ਕਹਿੰਦਾ ਕਿਉਂਕਿ ਮੈਂ ਡਾਇਟੀ ਦਾ ਹਾਂ, ਜਿਵੇਂ ਅੱਗੇ ਪੰਡਿਤ ਕਰਦੇ ਸੀ ਜਾਂ ਭਾਈ ਕਰਦੇ ਸੀ ਕਿ ਜੀ ਇਹ ਤਾਂ ਸਾਡੀ ਪੁਸ਼ਤਾਂ ਤੋਂ ਬਣੀ ਹੋਈ ਹੈ। ਆ ਜਿਹੜਾ ਡੇਰਾ ਬਾਬਾ ਨਾਨਕ 'ਚ ਉਹ 'ਚ ਹੋ ਗਿਆ, ਲੋਕਾਂ ਨੇ 2 ਘਰਾਂ ਨੇ ਆਪਸੀ ਹੀ ਮਾਲਕੀ ਬਣਾਈ ਹੋਈ ਹੈ। ਇੱਕ ਦਿਨ ਉਹ ਗੇਟ ਖੁੱਲਦਾ ਹੈ, ਉੱਧਰੋਂ ਲੋਕ ਦਰਸ਼ਨ ਕਰੀ ਜਾਂਦੇ, ਕਿਉਂਕਿ ਲੋਕ ਤਾਂ ਚੋਗੇ ਦੇ ਦਰਸ਼ਨ ਕਰਕੇ ਖੁਸ਼ ਹੋ ਨਿਹਾਲ ਹੋਈ ਜਾਂਦੇ ਨੇ। ਦੂਜੇ ਪਾਸੇ ਦੂਜਾ ਖੁੱਲਦਾ, ਚੰਗਾ ਚੜਾਵਾ ਚੜੀ ਜਾਂਦਾ। ਗੁੱਗਾ ਮੜੀਆਂ ਬਥੇਰੀਆਂ ਬਣੀਆਂ ਹੋਈਆਂ ਨੇ ਇੱਦਾਂ। ਸੋ ਸਾਡੇ ਕੁਝ ਰਿਲੀਜੀਅਸ ਵਿਸ਼ਵਾਸ ਨੇ, ਉਹਨਾਂ ਦੇ ਸਹਾਰੇ ਲੋਕ ਜੀਂਦੇ ਵੀ ਨੇ, ਜਿਹਦਾ ਕੋਈ ਹੋਰ ਆਸਰਾ ਨਹੀਂ ਰਹਿੰਦਾ। ਸਭੋ ਭੱਜੇ ਆਸਰਾ ਚੁੱਕੇ ਸਭ ਸਰਾਓ। ਜਦ ਸਾਰਾ ਆਸਰਾ ਟੁੱਟ ਜਾਂਦਾ ਉਦੋਂ ਫਿਰ ਬੰਦਾ ਰੱਬ ਵੱਲ ਦੇਖਦਾ, ਜਦ ਉਹਨੂੰ ਕੋਈ ਢੋਈ ਨਾ ਨਿਭਦੀ ਹੈ। ਸੋ ਇਸ ਕਰਕੇ ਇਹ ਜਿਹੜੀ ਹੁਣ ਫੈਸਲਾ ਦਿੱਤਾ ਹੈ, ਇਹ ਮੇਰੇ ਹਿਸਾਬ ਨਾਲ
ਇਹ ਹੈ ਕਿ ਮਿਨੋਰਟੀਜ਼ ਨੂੰ ਅਸੀਂ ਇੰਨਾ ਤੰਗ ਕਰ ਰਹੇ ਹਾਂ, ਇੰਨਾ ਤੰਗ ਕਰ ਰਹੇ ਹਾਂ। ਇੰਨੇ ਦਿਨਾਂ ਦੇ ਵਿੱਚ ਆਲੇ ਦੁਆਲੇ ਜਿਹੜੀਆਂ ਘਟਨਾਵਾਂ ਹੋਈਆਂ ਨੇ, ਚਾਹੇ ਮੰਗੋੜੂਪੁਰੀ 'ਚ ਹੋਈ ਹੈ, ਚਾਹੇ ਜਹਾਂਗੀਰਪੁਰੀ 'ਚ ਹੋਈ ਹੈ, ਚਾਹੇ ਉਦੋਂ ਬਾਅਦ ਸ਼ਹੀਨ ਬਾਗ 'ਚ ਵੀ ਹੋ ਗਈ, ਉਹਨਾਂ ਨੇ ਰੋਕ ਲਈ ਹੋਣ ਤੋਂ। ਇਹ ਜਿਹੜਾ ਅਸੀਂ ਕਹਿੰਦੇ ਹਾਂ ਵੀ ਅਸੀਂ ਤਾਂ ਜੀ ਨਜਾਇਜ਼ ਕਬਜ਼ੇ ਹਟਾ ਰਹੇ ਹਾਂ, ਅਸੀਂ ਨਜਾਇਜ਼ ਕਬਜ਼ੇ ਨਹੀਂ ਹਟਾ ਰਹੇ, ਅਸੀਂ ਮਿਨੋਰਟੀ ਕਮਿਊਨਿਟੀ ਦਾ ਜਿੱਥੇ ਕੋਈ ਗਲਤੀਆਂ ਉਹਨਾਂ ਦੀਆਂ ਵੀ ਨੇ। ਐ ਨਹੀਂ ਹੈ ਵੀ ਮਿਨੋਰਟੀ ਕਮਿਊਨਿਟੀ ਕੋਈ ਬਹੁਤ ਦੁੱਧ ਧੁੱਤੀ ਹੈ। ਸੋ ਅਸੀਂ ਉਹਨਾਂ ਨੂੰ ਇਹ ਸਬਕ ਸਿਖਾ ਰਹੇ ਹਾਂ 2022 ਦੀ ਚੋਣ ਵਾਸਤੇ, 2024 ਵਾਸਤੇ, ਵੀ ਦੇਖੋ ਆਹ ਮੁਸਲਮਾਨਾਂ ਨੂੰ ਕੁੱਟ ਤਾਂ ਅਸੀਂ ਨਹੀਂ ਸਕਦੇ ਹਾਂ, ਪਰ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਅੱਜ ਲੋੜ ਕੀ ਹੈ? ਪੰਜਾਬੀ ਛਾਤੀ ਡਾ ਕੇ ਖੜੇ ਹੁੰਦੇ ਰਹੇ ਨੇ, ਸਿੱਖ ਖੜੇ ਹੁੰਦੇ ਰਹੇ ਨੇ। ਅੱਜ ਸਿੱਖਾਂ ਦਾ ਹਿੰਦੂਕਰਨ ਕਰਿਆ ਜਾ ਰਿਹਾ ਹੈ, ਸਿੱਖਾਂ ਦੇ ਉੱਤੇ ਬ੍ਰਾਹਮਣਵਾਦੀ ਸੋਚ ਲੱਦੀ ਜਾ ਰਹੀ ਹੈ। ਕੁਝ ਸਿੱਖੇ ਮਹਿਸੂਸ ਕਰਦੇ ਨੇ, ਜਿਹੜੇ ਬੜੇ ਗਰਮ ਦਲ ਵੀ ਦੇ ਵਿੱਚ ਵੀ ਹੁੰਦੇ ਨੇ, ਕਿ ਜੀ ਬੀਜੇਪੀ ਦੇ ਹੱਥਾਂ 'ਚ ਅਸੀਂ ਸੇਫ ਹਾਂ। ਜੇ ਬੀਜੇਪੀ ਦੇ ਹੱਥਾਂ 'ਚ ਆਏ ਜਾ ਕੇ ਸੇਫ ਹੋਣਾ ਸਿੱਖਾਂ ਨੇ, ਫਿਰ ਉਹ ਸੇਫ ਹੋ ਹੀ ਜਾਣ। ਸਿੱਖੀ ਨੇ ਤਾਂ ਕਦੇ ਕਿਸੇ ਦੇ ਹੱਥ 'ਚ ਜਾ ਕੇ ਸੇਫ ਹੋਣਾ ਸਿੱਖਿਆ ਨਹੀਂ। ਸਿੱਖੀ ਨੇ ਤਾਂ ਖੰਡਾ ਖੜਕਾਇਆ ਆਪਦਾ, ਵੀ ਕੋਈ ਗੱਲ ਨਹੀਂ, ਦੇਖੀ ਜਾਊ। ਘੋੜਿਆਂ ਤੇ ਚੜੇ ਰਹੇ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਸਭ ਦਾ ਮੁਕਾਬਲਾ ਕਰਦੇ ਰਹੇ। ਸੋ ਜੇ ਸਿੱਖਾਂ ਨੇ ਮੋਦੀ ਸਾਹਿਬ ਦੀ ਜਾਂ ਅਮਿਤ ਸ਼ਾਹ ਦੀ ਛਤਰ ਛਾਇਆ 'ਚ ਰਹਿਣਾ, ਫਿਰ ਰਹਿਣਾ। ਫਿਰ ਉਹ ਤਾਂ ਕਹਿੰਦੇ ਹੀ ਨੇ ਵੀ ਤੁਸੀਂ ਰਹੋ, 2 ਨੰਬਰ ਦੇ ਸਿਟੀਜ਼ਨ ਬਣ ਕੇ ਰਹੋ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਹੈ। ਸੋ ਇਸੇ ਕਰਕੇ ਹਰਮੰਦਰ ਸਾਹਿਬ ਨੂੰ ਵੀ ਅੱਜ ਇਹ ਚੁੱਪ ਨੇ ਨਾ ਬਾਬਰੀ ਮਸਜਿਦ ਤੇ, ਅੱਜ ਇਹ ਚੁੱਪ ਨੇ ਨਾ ਸ਼ਹੀਨ ਬਾਗ ਤੇ, ਅੱਜ ਇਹ ਚੁੱਪ ਨੇ ਨਾ ਗਿਆਨਵਾਪੀ ਮਸਜਿਦ ਤੇ। ਉਹਨਾਂ ਨੇ ਕਹਿ ਤਾ ਇਹ ਤਾਜ ਮਹਿਲ ਤੇ, ਤਾਜ ਮਹਿਲ ਤਾਂ ਵੈਸੇ ਵੀ ਸਾਂਝਾ ਮੋਨੂਮੈਂਟ ਹੈ। ਉਹਨਾਂ ਨੇ ਕਹਿਤਾ ਹੁਣ, ਕਹਿੰਦੇ ਜਿਹੜਾ ਹਰਮੰਦਰ ਸਾਹਿਬ ਹੈ ਇਹ ਵੀ ਸਾਡਾ ਵਿਸ਼ਨੂੰ ਦਾ ਮੰਦਿਰ ਸੀ। ਸਭ ਨੂੰ ਪਤਾ ਵੀ ਹਰਮੰਦਰ ਸਾਹਿਬ ਤਾਂ ਪਲੇਨ ਜਗ੍ਹਾ ਤੇ ਬਣਿਆ, ਉੱਥੇ ਤਾਂ ਪਾਣੀ ਦਾ ਤਲਾਅ ਸੀ, ਉਹ ਵੱਡਾ ਬਣਾਇਆ ਗਿਆ ਸਰ, ਇਸੇ ਕਰਕੇ ਉਹਦਾ ਸਰ ਨਾ ਹੈ। ਸਰ ਦਾ ਮਤਲਬ ਹੁੰਦਾ ਤਲਾਅ, ਪਾਣੀ। ਪੁਰਾਣੇ ਜ਼ਮਾਨੇ ਜਿੱਥੇ ਪਾਣੀ ਹੁੰਦਾ ਉੱਥੇ ਫਿਰ ਆਪਣੀ ਜਗ੍ਹਾ ਬਣਾਉਣੀ, ਤੇ ਉਹ ਅੰਮ੍ਰਿਤਸਰ ਤਾਂ ਹੈਗਾ ਹੀ, ਉੱਥੇ ਤਲਾਅ ਸੀਗਾ, ਤਲਾਅ ਦੇ ਨੇੜੇ ਉਹਨਾਂ ਨੇ ਮੰਦਿਰ ਬਣਾਇਆ, ਆਪਣਾ ਗੁਰਦੁਆਰਾ ਸਾਹਿਬ ਬਣਾਇਆ, ਹਰਮੰਦਰ ਸਾਹਿਬ। ਤੇ ਇਹ ਕਹਿੰਦੇ ਨੇ ਸਾਡਾ ਵਿਸ਼ਨੂੰ ਦਾ ਟੈਂਪਲ ਸੀ ਉਹ। ਹੁਣ ਹੌਲੀ ਹੌਲੀ ਜਿੱਦਾਂ ਮੁਸਲਮਾਨਾਂ ਨੂੰ ਕੁੱਟ ਚੁੱਕੇ, ਉਹਦੇ ਵਾਰੀ ਫਿਰ ਦੁਬਾਰਾ ਆ ਗਈ। ਜੀ ਡਾਕਟਰ ਸਾਹਿਬ, ਮੈਂ ਇਸੇ ਗੱਲ ਨਿਸ਼ਾਨਾ ਸਿੱਧਾ ਭਾਈਚਾਰਾ ਹੁੰਦਾ। ਖਬਰਾਂ ਘਟਨਾਵਾਂ ਸਾਹਮਣੇ ਆਉਂਦੀਆਂ, ਉਹ ਇਸ ਗੱਲ ਨੂੰ ਅਹਿਸਾਸ ਕਰਾਉਂਦੀਆਂ ਨੇ ਕਿ ਇਹ ਲਾਵਾ ਇੱਕ ਨਾ ਇੱਕ ਦਿਨ ਫੁੱਟੇਗਾ। ਉਹ ਘੱਟ ਗਿਣਤੀ ਭਾਈਚਾਰੇ ਚੋਂ ਕੋਈ ਵੀ ਭਾਈਚਾਰਾ ਉੱਠ ਕੇ ਆਵੇ, ਕਿਉਂਕਿ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ, ਕੋਈ ਚੁੱਪ ਰਹਿਣ ਵਾਲਾ ਤਾਂ ਹੈ ਨਹੀਂ। ਤੁਸੀਂ ਬਿਲਕੁਲ ਠੀਕ ਕਿਹਾ। 14-15 ਕਰੋੜ ਜਿਹੜਾ ਮੁਸਲਮਾਨ ਹੈ, ਉਹ ਅੱਜ ਡਰਿਆ ਹੋਇਆ ਹੈ। ਅੱਜ ਉਹ ਡਰ ਕੇ ਬੈਠਾ ਹੈ। ਪਰ ਕਹਿੰਦੇ ਢਾਈ ਦਾ ਤਾਂ ਲੋਹਾ ਵੀ ਢਹਿ ਜਾਂਦਾ ਹੈ। ਜੇ ਇਹਨਾਂ ਨੇ ਇਦਾਂ ਜਾ ਕੇ ਕਦੇ ਕਿਸੇ ਨੂੰ, ਕਦੇ ਕਿਸੇ ਦੇ ਵਿੱਚ ਤੇਰੇ ਮਾਸ ਹੈ, ਤੈਨੂੰ ਐ ਫੜ ਕੇ ਮਾਰਨਾ ਸ਼ੁਰੂ ਕਰ ਦੇਣਾ, ਆਦੀਵਾਸੀਆਂ ਨੂੰ ਮਾਰਨਾ ਸ਼ੁਰੂ ਕਰਤਾ, ਹੌਲੀ ਹੌਲੀ ਸ਼ਡਿਊਲਡ ਕਾਸਟਾਂ ਦੇ ਉੱਤੇ ਤਾਂ ਆਪਾਂ ਦੇਖਿਆ ਹੀ ਹੈ ਜੋ ਕੁਝ ਹੋ ਰਿਹਾ ਹੈ। ਅਲਟੀਮੇਟਲੀ ਸ਼ਡਿਊਲਡ ਕਾਸਟ ਤੇ ਮਿਨੋਰਟੀਜ਼ ਨੂੰ ਇਕੱਠਾ ਹੋਣਾ ਪਊ, ਆਦੀਵਾਸੀਆਂ ਨੂੰ ਵੀ। ਚੰਗਾ ਫਿਰ ਆਓ, ਸਾਡੇ ਜੰਗਲ ਖੋਹ ਕੇ ਦਿਖਾਓ, ਸਾਡੀ ਜਗ੍ਹਾ ਖੋਹ ਕੇ ਦਿਖਾਓ, ਕਿਉਂਕਿ ਇਸ ਪਾਸੇ ਨੂੰ ਤੁਰੇ ਹੋਏ ਨੇ। ਭੀਮਾ ਕੋਰੇਗਾਂਵ 'ਚ ਕੀ ਕਰਿਆ? ਭੀਮਾ ਕੋਰੇਗਾਂਵ ਸ਼ਡਿਊਲਡ ਕਾਸਟਾਂ ਦਾ ਸਭ ਤੋਂ ਵੱਡਾ ਇੱਕ ਬਹਾਦਰੀ ਦਾ ਚਿੰਨ੍ਹ ਹੈ। ਚਾਹੇ ਉਹ ਅੰਗਰੇਜ਼ਾਂ ਵਾਸਤੇ ਲੜਾਈ ਹੋਈ ਸੀ, ਮਰਾਠਿਆਂ ਦੇ ਖਿਲਾਫ ਹੋਈ ਸੀ, ਪਰ ਮਰਾਠਿਆਂ ਨੇ ਸ਼ਡਿਊਲਡ ਕਾਸਟ ਕਹਿ ਕੇ ਉਹਨਾਂ ਨੂੰ ਲੜਨ ਨਹੀਂ ਦਿੱਤਾ ਸੀ। ਉਦੋਂ ਸ਼ਡਿਊਲਡ ਕਾਸਟ ਸ਼ਬਦ ਵੀ ਨਹੀਂ ਹੁੰਦਾ ਸੀ, ਦਲਿਤ ਵੀ ਨਹੀਂ ਹੁੰਦਾ ਸੀ। ਜਿਹੜੇ ਸ਼ਬਦ ਵਰਤਦੇ ਸੀ ਉਹੀ ਸ਼ਬਦ ਸੀਗੇ। ਤੇ ਉਹਦੇ ਵਿੱਚ ਗੁਰੂ ਰਵਿਦਾਸ ਜੀ ਨੂੰ ਕੋਈ ਇਤਰਾਜ਼ ਨਹੀਂ ਇਹ ਕਹਿਣ 'ਚ, ਕਹੇ ਰਵਿਦਾਸ ਚਮਾਰਾ। ਅੱਜ ਭਾਵੇਂ ਇਹਨਾਂ ਨੂੰ ਇਤਰਾਜ਼ ਹੈ, ਪਰ ਗੁਰੂ ਰਵਿਦਾਸ ਜੀ ਨੂੰ ਕੋਈ ਇਤਰਾਜ਼ ਨਹੀਂ ਸੀ। ਤੇ ਮੈਨੂੰ ਤਾਂ ਡਰ ਹੈ ਵੀ ਜਿਹੜਾ ਇਹ ਮੁਕੱਦਮਾ ਕਰ ਦਿੰਦੇ ਨੇ, ਕਿਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਉੱਤੇ ਮੁਕੱਦਮਾ ਨਾ ਕਰ ਦੇਣ ਵੀ ਇਹਨਾਂ ਨੇ ਤਾਂ ਗੁਰੂ ਰਵਿਦਾਸ ਜੀ ਨੂੰ ਚਮਾਰਾ ਕਹਿ ਕੇ ਪਾਠ ਪੜ੍ਹਤਾ ਜੀ। ਕਿਉਂਕਿ ਜੇ ਤੁਸੀਂ ਚਮਾਰ ਕਹਿਣਾ ਹੈ, ਚਮਾਰ ਦੇ ਉੱਤੇ ਮੁਕੱਦਮਾ ਕਰਨਾ, ਫਿਰ ਤਾਂ ਹੋ ਹੀ ਸਕਦਾ ਵੀ ਦੇਖੋ ਜੀ ਇਹ ਗੁਰੂ ਰਵਿਦਾਸ ਜੀ ਚਮਾਰ। ਉਹਨਾਂ ਤਾਂ ਖੁਦ ਹੀ ਕਿਹਾ, ਉਹਨਾਂ ਨੇ ਇਹ ਵੀ ਕਿਹਾ, ਕਹਿੰਦਾ ਮੈਂ ਤਾਂ ਜੁੱਤੀਆਂ ਗਾਣਦਾ, ਮੈਨੂੰ ਤਾਂ ਇਹਦੀ ਹੋ ਨਹੀਂ ਹੈ, ਤੇ ਰੱਟਾ ਵੀ ਕਿਹਾ ਉਹਨਾਂ ਨੇ ਤਾਂ। ਸੋ ਇਸ ਕਰਕੇ ਸਾਨੂੰ ਆਪਣੇ ਪਾਸਟ ਨੂੰ ਇਹ ਨਹੀਂ ਹੈ, ਪਰ ਸਾਡੇ ਜਿਹੜੇ ਸਿਵਲ ਹੱਕ ਨੇ ਅੱਜ ਵੀ, ਬਰਾਬਰਤਾ ਦੇ ਹੱਕ ਨੇ, ਇਨਸਾਨੀਅਤ ਦੇ ਹੱਕ ਨੇ, ਅੱਜ ਹਿਊਮਨ ਰਾਈਟ ਕਰਵ ਹੋ ਰਹੇ ਨੇ। ਉਹ ਹਿਊਮਨ ਰਾਈਟ ਸ਼ਡਿਊਲਡ ਕਾਸਟਾਂ ਦੇ ਵੀ ਕਰਵ ਹੋ ਰਹੇ ਨੇ, ਉਹ ਘੱਟ ਗਿਣਤੀਆਂ ਦੇ ਵੀ ਹੋ ਰਹੇ ਨੇ। ਉਹਦੇ ਵਿੱਚ ਜਿਹੜੀ ਔਰਤ ਹੈ, ਉਹ ਚਾਹੇ ਮੈਜੋਰਟੀਨਿਜ਼ਮ ਦੀ ਵੀ ਹੈ। ਕਿਹੜੀ ਹਿੰਦੂ ਔਰਤ ਹੈ ਜਿਹਦਾ ਹੱਕ ਨਹੀਂ ਕਰਵ ਹੋ ਰਿਹਾ? ਜਿੱਦਾਂ ਕੋਈ ਰੇਪ ਹੋ ਜਾਂਦਾ ਉਦੋਂ ਕਹਿੰਦੇ ਤਾਂ ਜੀ ਛੋਟੇ ਕੱਪੜੇ ਪਾ ਕੇ ਜਾਂਦੀਆਂ ਨੇ। ਉਹ ਕੁੜੀਆਂ ਤਾਂ, ਔਰਤਾਂ ਤਾਂ ਹਿੰਦੂਆਂ ਦੀਆਂ ਵੀ ਨੇ। ਜਿਹੜਾ ਕਰੋਨਾ 'ਚ ਇੰਨੇ ਮਰੇ, ਉਹ ਕੌਣ ਮਰੇ ਨੇ ਤੁਹਾਡੇ ਘਰ ਚੋਂ ਇਕੱਲੇ? ਉਹ ਸਿੱਖ ਮਰੇ ਨੇ, ਉਹ ਕੋਈ ਮੁਸਲਮਾਨ ਮਰੇ ਨੇ। ਜਿਹੜੇ ਗੰਗਾ ਦੇ ਨਾਲੇ ਲਾਸ਼ਾਂ ਪਈਆਂ ਰਹੀਆਂ, ਤੇ ਉਹ ਜਿਹੜੀਆਂ ਲਾਸ਼ਾਂ ਸੀ, ਸ਼ਵੈਨੀ ਗੰਗਾ ਲਿਖਣਾ ਪਿਆ, ਸ਼ਵੈਨੀ ਗੰਗਾ ਵੀ ਇੱਕ ਹਿੰਦੂ ਨਹੀਂ ਲਿਖਿਆ, ਤੇ ਲਾਸ਼ਾਂ ਵੀ ਉਹ ਹਿੰਦੂਆਂ ਦੀਆਂ ਹੀ ਸੀ। ਇਹ ਭੁਲੇਖਾ ਨਹੀਂ ਸਾਨੂੰ ਰੱਖਣਾ ਚਾਹੀਦਾ ਵੀ ਹਿੰਦੂ ਸੇਫ ਨੇ ਇਸ ਰਜੀਮ 'ਚ।
ਅਗਲੀ ਗੱਲ, ਇਹ ਰਾਜ ਨੇ ਤਾਂ ਉਹਨਾਂ ਨੂੰ ਸੇਫ ਕਰਨਾ ਨਹੀਂ। ਸੇਫ ਰਹਿਣਾ ਉਹਨਾਂ ਨੇ, ਜੇ ਸੁਰੱਖਿਅਤ ਰਹਿਣਾ ਉਹਦੇ ਭਾਈਚਾਰੇ ਨਾਲ ਰਹਿਣਾ। ਸਿੱਖਾਂ ਤੇ ਹਿੰਦੂਆਂ ਦਾ 84 ਚ ਜੋੜ ਲਾ ਲਿਆ ਸੀ ਸਰਕਾਰ ਨੇ, ਕੇਂਦਰ ਜੀ ਨੇ ਤੇ ਇੱਥੋਂ ਦੇ ਪੋਲੀਟੀਸ਼ੀਅਨਾਂ ਨੇ ਕਿ ਇਹਨਾਂ ਦਾ ਭਾਈਚਾਰਾ ਟੁੱਟ ਜੇ। ਉਹ ਭਾਈਚਾਰਾ ਨਹੀਂ ਟੁੱਟਿਆ ਸੀ। ਸ਼ਰਾਰਤੀ ਅਨਸਰਾਂ ਨੇ ਉਦੋਂ ਜ਼ੋਰ ਲਾਇਆ ਸੀ, ਦੋਨਾਂ ਧਿਰਾਂ ਨੇ, ਵਿੱਚੇ ਪੋਲੀਟੀਸ਼ੀਅਨ ਸ਼ਾਮਲ ਸੀ, ਵਿੱਚੇ ਦਿੱਲੀ ਦੀ ਸਰਕਾਰ ਸ਼ਾਮਲ ਸੀ, ਪਰ ਉਹ ਭਾਈਚਾਰਾ ਨਹੀਂ ਟੁੱਟਿਆ। ਇਸੇ ਕਰਕੇ ਅੱਜ ਹਿੰਦੂ ਸੇਫ ਬੈਠਾ ਇੱਥੇ। ਨਹੀਂ ਤਾਂ ਜੋ ਦਿੱਲੀ 'ਚ ਹੋਇਆ ਸੀ ਸਿੱਖਾਂ ਨਾਲ, ਇੱਥੇ ਹਿੰਦੂਆਂ ਨਾਲ ਉਦੋਂ ਬੁਰੀ ਹੋਣੀ ਸੀ। ਪਰ ਕਿਉਂਕਿ ਉਹ ਭਾਈਚਾਰਾ ਮੇਨਟੇਨ ਸੀ। ਸਿੱਖ ਕਿਸੇ ਨੂੰ ਮਾਰ ਕੇ ਨਹੀਂ ਰਾਜ ਕਰਦਾ। ਸਿੱਖ ਲੜਦਾ ਉਦੋਂ ਹੈ, ਤਲਵਾਰ ਉਦੋਂ ਚਲਾਉਂਦਾ ਹੈ ਜਦ ਉਹ ਦੇਖਦਾ ਵੀ ਇਹ ਜ਼ਾਲਮ ਹੈ। ਸਿੱਖ ਮਜ਼ਲੂਮ ਤੇ ਤਲਵਾਰ ਨਹੀਂ ਚਲਾਉਂਦਾ, ਜ਼ਾਲਮ ਤੇ ਚਲਾਉਂਦਾ। ਇਹ ਮਜ਼ਲੂਮ ਦੇ ਉੱਤੇ ਚਲਾ ਰਹੇ ਨੇ। ਔਰ ਜਿਹੜਾ 14-15 ਕਰੋੜ ਮੁਸਲਮਾਨ ਮਜ਼ਲੂਮ ਬਣਿਆ ਬੈਠਾ ਹੈ, ਉਹ ਲਾਵਾ ਨਾ ਫੁੱਟ ਪਏ ਕਿਤੇ। ਉਹਦੇ ਨਾਲ ਕਿਤੇ 2 ਕਰੋੜ ਸਿੱਖ ਨਾ ਰਲ ਜੇ, ਉਹਦੇ ਨਾਲ ਕਿਤੇ 40 ਕਰੋੜ ਦੀ ਆਬਾਦੀ ਸ਼ਡਿਊਲਡ ਕਾਸਟਾਂ ਦੀ ਨਾ ਰਲ ਜੇ, ਉਹਦੇ ਨਾਲ ਕਿਤੇ ਬੈਕਵਰਡ ਕਲਾਸ ਨਾ ਆ ਜਾਣ, ਉਹਦੇ ਨਾਲ ਕਿਤੇ ਆਦੀਵਾਸੀ ਨਾ ਆ ਜਾਣ। ਇਹ ਸਾਰੇ ਰਲ ਕੇ 70-80 ਕਰੋੜ ਹੋ ਜਾਣਾ। ਇਹ ਭੁਲੇਖਾ ਨਹੀਂ ਛੱਡਣਾ ਚਾਹੀਦਾ। ਸੋ ਇਸ ਕਰਕੇ ਜੇ ਤੁਸੀਂ ਅੱਗ ਦੂਜੇ ਦੇ ਘਰੇ ਲਾਉਣੇ ਹੋ ਨਾ, ਤੁਹਾਡੇ ਵੀ ਲੱਗ ਸਕਦੀ ਹੈ, ਲੂ ਤੁਹਾਡੇ ਵੀ ਲੱਗੇਗੀ। ਸੋ ਅੱਜ ਦੇਸ਼ ਨੂੰ ਲੋੜ ਕੀ ਹੈ? ਭੁੱਖੇ ਮਰਦੇ ਨੇ ਲੋਕ, ਭਾਅ ਵਧੀ ਜਾ ਰਹੇ ਨੇ। ਤੁਸੀਂ ਕਣਕ ਦੀ ਐਕਸਪੋਰਟ ਬੰਦ ਕਰੀ ਹੈ, ਇੰਪੋਰਟ ਬੰਦ ਕਰੀ ਹੈ। ਐਕਸਪੋਰਟ ਕਿਉਂ ਬੰਦ ਕਰੀ ਹੈ? ਅਨਾਜ ਨਹੀਂ ਜ਼ਿਆਦਾ ਪੈਦਾ ਹੋਇਆ। ਤੁਹਾਨੂੰ ਆਇਆ ਵੀ ਹੁਣ ਭਾਅ ਵੱਧ ਜਾਣਗੇ, ਕਿਸਾਨ ਨੂੰ ਤੁਸੀਂ ਭਾਅ ਘੱਟ ਦੇਣਾ ਚਾਹੁੰਦੇ ਹੋ। ਜਿੱਦਾਂ ਐਕਸਪੋਰਟ ਖੋਲੀ ਸੀ ਤੁਸੀਂ, ਉਹਦੇ ਤੁਹਾਨੂੰ ਨਹੀਂ ਪਤਾ ਸੀ ਅੰਬਾਨੀ ਅਡਾਨੀ ਨੂੰ ਸਾਰਾ ਕੁਝ ਦੇ ਕੇ ਉਹਦਾ ਭਾਅ ਵਧਾਏਗਾ। ਖੇਤੀ ਬਿਨਾਂ ਨੂੰ ਤੁਸੀਂ ਠੀਕ ਦੱਸਦੇ ਰਹੇ ਹੋ। ਜਦ ਤੁਸੀਂ ਸਾਰਾ ਕੁਝ ਉਹਨਾਂ ਨੂੰ ਦਿਓਗੇ ਤਾਂ ਲੋਕਾਂ ਨੂੰ ਉੱਠਣਾ ਹੀ ਪੈਂਦਾ ਹੈ। ਲੋਕ ਸ਼ਾਂਤਮਈ ਸਟਰਗਲ ਦੇ ਵਿੱਚ ਹੀ ਜਾਂਦੇ ਨੇ, ਲੋਕ ਆਪਦੇ ਹੱਕ ਮੰਗਦੇ ਨੇ। ਸੋ ਜੇ ਤੁਸੀਂ ਅੱਜ ਸਿੱਖਿਆ, ਸਿਹਤ, ਰੁਜ਼ਗਾਰ, ਪੜ੍ਹਾਈ, ਲੋਕਾਂ ਦੀ ਅਣਖ ਸਭ ਤੋਂ ਵੱਡਾ ਗੱਲ ਹੁੰਦੀ ਹੈ। ਤੁਸੀਂ ਲੋਕਾਂ ਦੀ ਅਣਖ ਨੂੰ ਵੰਗਾਰ ਰਹੇ ਹੋ, ਬਾਰ-ਬਾਰ ਵੰਗਾਰ ਰਹੇ ਹੋ। ਔਰ ਉਸ ਅਣਖ ਦੇ ਵਿੱਚ ਧਾਰਮਿਕ ਸਤਲ ਸਾਰਿਆਂ ਦੇ ਸਾਂਝੇ ਹੁੰਦੇ ਨੇ, ਸਾਰਿਆਂ ਵਾਸਤੇ ਜ਼ਰੂਰੀ ਨੇ। ਚਾਹੇ ਉਹ ਕਾਲੀ ਦੇਵੀ ਦੇ ਟੈਂਪਲ ਤੇ ਹਮਲਾ ਹੋਵੇ, ਚਾਹੇ ਉਹ ਕਿਸੇ ਮਸਜਿਦ ਤੇ ਹਮਲਾ ਹੋਵੇ, ਚਾਹੇ ਕਿਸੇ ਗੁਰਦੁਆਰੇ ਤੇ ਹਮਲਾ ਹੋਵੇ, ਚਾਹੇ ਕਿਸੇ ਗਿਰਜਾਘਰ ਤੇ ਹੋਵੇ, ਇਹ ਬਰਦਾਸ਼ਤ ਨਹੀਂ ਕਰਿਆ ਜਾ ਸਕਦਾ ਇਸ ਆਜ਼ਾਦ ਭਾਰਤ 'ਚ। ਹਾਂ, ਜੇ ਕੋਈ ਗੁਰਦੁਆਰਾ, ਮਸਜਿਦ, ਮੰਦਰ ਜਾਂ ਗਿਰਜਾਘਰ ਜਾਂ ਕੋਈ ਹੋਰ ਥਾਂ ਦੇ ਨਾਂ ਤੇ ਸਰਕਾਰੀ ਜਗ੍ਹਾ ਦਾ, ਲੋਕਾਂ ਦੀ ਜਗ੍ਹਾ ਨੂੰ ਹੜੱਪਣਾ ਚਾਹੇਗਾ, ਉਹਦੇ ਉੱਤੇ ਜ਼ਰੂਰ ਕਾਰਵਾਈ ਕਰਨੀ ਪਏਗੀ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਇਹ ਆ ਕਿ ਬੀਜੇਪੀ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਸਾਹਮਣੇ ਆਉਂਦੀ ਹੈ, ਨੱਡਾ ਸਾਹਿਬ ਪੰਜਾਬ ਆਏ, ਉਹਨਾਂ ਨੇ ਪੰਜਾਬ ਪੁਲਿਸ ਤੇ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕਰਤੇ ਤੇ ਅੱਗੋਂ ਹੁਣ ਪੰਜਾਬ ਦੇ ਜਿਹੜੇ ਜੇਲ੍ਹ ਮੰਤਰੀ ਨੇ ਬੈਂਸ ਸਾਹਿਬ, ਉਹ ਕਹਿੰਦੇ ਕਿ ਜੋ ਕੁਝ ਬਾਰਡਰ ਪਾਰ ਤੋਂ ਆਉਂਦਾ ਹੈ, ਕਹਿੰਦੇ 50 ਕਿਲੋਮੀਟਰ ਦਾ ਦਾਇਰਾ ਤੇ ਇਹ ਰੱਖੀ ਬੈਠੇ ਨੇ। ਇਹ ਜਿਹੜੇ ਗੱਲ ਕਰਦੇ ਨੇ ਕਿ ਅਸੁਰੱਖਿਅਤ ਨੇ, ਇੱਥੇ ਔਰਤਾਂ ਅਸੁਰੱਖਿਅਤ ਨੇ, ਹਿੰਦੂ ਅਸੁਰੱਖਿਅਤ ਹੋ ਗਿਆ ਜਾਂ ਜੋ ਵੀ ਅਸੁਰੱਖਿਅਤ ਹੋ ਗਿਆ, ਤੇ ਉਹ ਕਹਿੰਦੇ ਸਾਰਾ ਗ੍ਰਹਿ ਮੰਤਰੀ ਸਾਹਿਬ ਦੇ ਅੰਡਰ ਆਉਂਦਾ ਹੈ। ਬੀਐਸਐਫ ਨੇ ਜਿਹੜਾ ਦਾਇਰਾ ਵਧਾਇਆ ਜਾਂ ਬੀਐਸਐਫ ਜੋ ਉੱਥੇ ਕੰਮ ਕਰਦੀ ਹੈ, ਡਰੋਨ ਆ ਗਏ, ਹਥਿਆਰ ਆ ਗਏ, ਨਸ਼ਾ ਆ ਗਿਆ। ਕਹਿੰਦੇ ਇਸ ਪਾਸੇ ਵੱਲ ਨੂੰ ਧਿਆਨ ਦੇਣਾ ਚਾਹੀਦਾ। ਇਹਨੂੰ ਕਿੱਦਾਂ ਦੇਖਿਆ ਜਾਏ? ਕਿਉਂਕਿ ਪੰਜਾਬ 'ਚ ਸਹਿਮਤ ਹੈ ਇਸ ਗੱਲ ਦਾ ਕਿ ਚੱਲ ਕੀ ਰਿਹਾ। ਮੈਂ ਦੇਖਿਆ ਕਾਲੀ ਮਾਤਾ ਮੰਦਿਰ ਦੇ ਬਾਹਰ ਪੁਲਿਸ ਲੱਗੀ ਆ, ਦੁਖਨਿਵਾਰਨ ਸਾਹਿਬ ਦੇ ਬਾਹਰ ਸੈਂਕੜੇ ਪੁਲਿਸ ਕਰਮਚਾਰੀ ਆਲੇ ਦੁਆਲੇ ਘੇਰਾ ਪਾਇਆ ਹੋਇਆ। ਜੇ ਉਹ ਲੋਕਾਂ ਦੇ ਮਨ 'ਚ ਤਾਂ ਗੱਲ ਜਾਂਦੀ ਹੈ ਨਾ ਕਿ ਚੱਲ ਕੀ ਰਿਹਾ। ਦੇਖੋ, ਠੀਕ ਕਿਹਾ ਤੁਸੀਂ। ਜਦ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਆਲੇ ਘੇਰਾ ਪਿਆ ਰਹੇਗਾ ਨਾ, ਤੇ ਕਾਲੀ ਦੇਵੀ ਦੇ ਮੰਦਿਰ ਦੇ ਅੱਗੇ ਘੇਰਾ ਪਿਆ ਰਹੇਗਾ, ਉਦੋਂ ਚਿੰਤਾ ਤਾਂ ਹੋਏਗੀ। ਮੈਂ ਇੱਥੇ 6 ਸਾਲ ਪੜ੍ਹਾਈ ਕਰੀ, 4-5 ਸਾਲ ਇਸੇ ਕਾਲਜ 'ਚ ਨੌਕਰੀ ਕਰੀ। ਬਾਅਦ 'ਚ ਫਿਰ ਮੇਰੀਆਂ ਬਦਲੀਆਂ ਹੋ ਗਈਆਂ। 81 'ਚ ਦਰਬਾਰਾ ਸਿੰਘ ਸਰਕਾਰ ਨੇ ਸਾਨੂੰ ਸਜ਼ਾ ਜਾਬਤਾ ਕਰਕੇ ਟੀਚਿੰਗ 'ਚੋਂ ਨਾਨ ਟੀਚਿੰਗ 'ਚ ਬਦਲ ਕੇ ਮੈਨੂੰ ਚੱਕ ਕੇ, ਮੈਂ ਸੀਨੀਅਰ ਮੋਸਟ ਸਰਜਨ ਸੀ, ਚੱਕ ਕੇ ਇੱਕ ਡਿਸਪੈਂਸਰੀ ਚਲਾਤਾ, ਡਿਸਪਲੇ ਲਿਸਟ 'ਚ। ਕੋਈ ਗੱਲ ਨਹੀਂ, ਨਾ ਦੇ ਸਰਕਾਰ ਧੱਕਾ ਕਰਦੀ ਹੈ, ਪਰ ਮੈਂ ਉਹ 13 ਸਾਲ ਜਿਹੜਾ ਇੱਥੇ ਰਿਹਾ ਪਟਿਆਲੇ ਦੇ ਵਿੱਚ, ਮੈਂ ਕਦੀ ਨਾ ਤਾਂ ਕਾਲੀ ਦੇਵੀ ਦੇ ਟੈਂਪਲ ਕੋਲੋਂ ਦੀ ਲੰਘਦੇ ਹੋਏ ਮੈਨੂੰ ਕਦੀ ਡਰ ਲੱਗਿਆ ਸੀ ਜਾਂ ਕੁਛ ਹੋਇਆ ਸੀ, ਜਾਂ ਜੇ ਮੰਦਿਰ ਜਾਂਦੇ ਵੀ ਸੀ, ਨਾ ਮੈਨੂੰ ਕਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਜਾ ਕੇ ਕਦੇ ਮਹਿਸੂਸ ਹੋਇਆ ਸੀ ਵੀ ਇੱਥੇ ਕਿਸੇ ਤੇ ਕੋਈ ਹਮਲਾ ਕਰ ਦੇਣਾ ਕਿਸੇ ਨੇ ਜਾਂ ਕੋਈ ਖਤਰਾ ਹੈ। ਬਲਕਿ ਉੱਥੇ ਸ਼ਾਂਤੀ ਮਿਲਦੀ ਸੀ ਜਾ ਕੇ। ਗੁਰਦੁਆਰਾ ਦੁਖਨਿਵਾਰਨ ਸਾਹਿਬ ਰਾਤ ਨੂੰ ਉਹ ਢੋਲਕੀ ਨਾਲ ਸੁਖਾਸਨ ਤੋਂ ਬਾਅਦ ਕਰਦੇ ਸੀ, ਸਿਰ ਧਰ ਕੇ ਤਲੀ ਤੇ ਆ ਜਾ ਜੇ ਮਿਲਣਾ ਕਲਗੀ ਵਾਲੇ। ਇੱਕ ਬਜ਼ੁਰਗ ਹੁੰਦੇ ਸੀ, ਮਧਰੇ ਜੇ ਕਰਦੇ, ਬੜਾ ਵਧੀਆ ਗਾਉਂਦੇ ਸੀ ਉਹ। ਸਿਰ ਧਰ ਕੇ ਤਲੀ ਤੇ ਆ ਜਾ ਜੇ ਮਿਲਣਾ ਕਲਗੀ ਵਾਲੇ ਨੂੰ, ਸਿਰ ਧਰ ਕੇ ਤਲੀ ਤੇ ਆ ਜਾ। ਉਹ ਗਾ ਕੇ ਬੜਾ ਸ਼ਾਂਤ ਮਿਲਦਾ ਸੀ। ਹਾਂ ਵੀ ਐਂ ਕੁਰਬਾਨੀ ਕਰਨ ਦੀ ਲੋੜ ਹੈ। ਜੇ ਤੁਸੀਂ ਉਸ ਗੁਰੂ ਨਾਲ ਆਪਦਾ ਰਿਸ਼ਤਾ ਰੱਖਣਾ ਹੈ ਤੇ ਫਿਰ ਸਿਰਫ ਸੀਸ ਤਲੀ ਤੇ ਧਰਨਾ ਪਏਗਾ। ਉਦੋਂ ਇਹ ਸੀ। ਉਦੋਂ ਇੱਥੇ ਕਥਾ ਕਰ ਰਹੇ ਸੀ ਭਾਈ, ਇੱਕ ਦਿਨ ਦੁਪਹਿਰੇ ਮੈਂ ਗਿਆ
ਤੇ ਉਹ ਕਹਿ ਰਹੇ ਸੀ ਵੀ ਆ ਬੀਬੀਆਂ ਸੰਗਮਰਮਰ ਦੀਆਂ ਪੌੜੀਆਂ ਤੇ ਪਾਣੀ ਪਾ ਕੇ ਲੋਕਾਂ ਦੀਆਂ ਪੈਂਟਾਂ ਖਰਾਬ ਕਰੀ ਜਾਂਦੀਆਂ ਨੇ, ਸੇਵਾ ਇਹ ਨਹੀਂ ਹੈ। ਸੇਵਾ ਆਪਦੇ ਘਰ ਦਾ ਕੂੜਾ ਨਾ ਦੂਜੇ ਗੁਆਂਢੀ ਦੇ ਨਾ ਸੁੱਟਿਆ ਕਰੋ। ਇੱਥੇ ਲੋਕਾਂ ਨੂੰ ਲੰਘਣ ਦੇ, ਇੱਥੇ ਸਾਡੇ ਸੇਵਾਦਾਰ ਬਥੇਰੇ ਨੇ, ਉਹ ਮੌਕੇ ਦੇ ਉੱਤੇ ਸਫਾਈ ਕਰ ਲੈਂਦੇ ਨੇ ਜਾਂ ਲੋੜ ਹੁੰਦੀ ਆ, ਉਹੀ ਨਾ ਲੋਕਾਂ ਦੇ ਕੱਪੜੇ ਖਰਾਬ ਕਰੀ ਜਾਓ। ਇਹ ਉਦੋਂ ਉਹਨਾਂ 'ਚ ਜੁਰਤ ਸੀ, ਗੁਰੂ ਗ੍ਰੰਥ ਸਾਹਿਬ ਦੇ ਤਾਬੇ ਬੈਠ ਕੇ ਕਥਾ ਕਰਦੇ ਹੋਏ ਉਹ ਇਹਨਾਂ 'ਚ ਜੁਰਤ ਸੀ ਇਹ ਗੱਲ ਕਹਿਣ ਦੀ। ਅੱਜ ਨਹੀਂ ਹੈ, ਅੱਜ ਇਹ ਖਤਮ ਹੋ ਗਈ ਹੈ ਜੁਰਤ। ਸੋ ਇਸ ਕਰਕੇ ਇਹ ਠੀਕ ਹੈ ਤੁਹਾਡੀ ਗੱਲ, ਬੜਾ ਹੀ ਖਤਰਾ ਹੈ। ਪਰ ਜਿਹੜਾ ਨੱਡਾ ਸਾਹਿਬ ਨੇ ਬਿਆਨ ਦਿੱਤਾ ਹੈ, ਮੈਂ ਕਹਾਂਗਾ ਜਿਹੋ ਜਿਹਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਬਿਆਨ ਦੇ ਕੇ ਗਏ ਸੀ ਵੀ ਮੈਂ ਬਚ ਕੇ ਜਾ ਰਿਹਾ, ਖਤਰਾ ਤਾਂ ਕੋਈ ਹੈ ਨਹੀਂ ਸੀ। ਪਰ ਜੇ 4-5 ਦਿਨ 'ਚ ਕੋਈ ਖਤਰਾ ਲੱਭੇ ਹੀ ਨਾ, ਫਿਰ ਖਤਰਾ ਲਾਉਣ ਵਾਸਤੇ ਜ਼ਰੂਰੀ ਸੀ। ਇਹ ਹੁਣ ਪ੍ਰਧਾਨ ਮੰਤਰੀ ਜੀ ਦੇ ਕਹੇ ਹੋਏ ਤੇ ਫੁੱਲ ਤਾਂ ਚੜਾਉਣੇ ਜ਼ਰੂਰੀ ਸੀਗੇ। ਤੇ ਫਿਰ ਜਿਹੜੇ ਇਹਨਾਂ ਦੇ ਖਾਸ ਨੇ, ਉਹਨਾਂ ਨੇ ਕਹਿਤਾ 2020 ਵਾਲਿਆਂ ਨੇ ਵੀ ਅਸੀਂ ਤਾਂ ਪ੍ਰਧਾਨ ਮੰਤਰੀ ਤੇ ਹਮਲਾ ਕਰਨਾ ਸੀ ਪੰਜਾਬ 'ਚ, ਕਿਉਂਕਿ ਉਹ ਤਾਂ ਬੈਠੇ ਨੇ ਬਾਹਰ। ਪੰਜਾਬ ਦੇ ਲੋਕਾਂ ਨੂੰ ਵਰਦੀ ਦੇ ਬੁੱਥੇ ਢੱਕਣਾ ਨਾ, ਇੱਥੋਂ ਦੇ ਨੌਜਵਾਨਾਂ ਨਹੀਂ। ਹੁਣ ਉਹਨੇ ਨੇ ਹਿਮਾਚਲ 'ਚ ਕਾਲ ਦੇਤੀ ਵੀ ਆ ਜਾਓ, ਤੁਹਾਨੂੰ 25-26 ਹਜ਼ਾਰ ਡਾਲਰ ਦਿਆਂਗੇ ਤੇ ਤੁਸੀਂ ਜਿਹੜਾ ਵੀ ਹਿਮਾਚਲ ਦਾ ਇੱਥੇ ਮੰਤਰੀ, ਉਹਨਾਂ ਦਾ ਕੋਈ ਮੁੱਖ ਮੰਤਰੀ ਜਾਂ ਉਹਨਾਂ ਰਿਸ਼ਤੇਦਾਰ ਆਵੇ, ਸਾਨੂੰ ਸੂਚਨਾ ਦਿਓ। ਕਾਹਦੇ ਵਾਸਤੇ ਸੂਚਨਾ ਮੰਗਦੇ ਨੇ ਬਈ ਉਹ? ਹਿਮਾਚਲ ਦੇ ਮੁੱਖ ਮੰਤਰੀ ਜਾਂ ਮੰਤਰੀ ਦੇ ਬਾਰੇ ਕਿਉਂ ਕਹਿੰਦੇ ਨੇ ਉਹ? ਉਹਨਾਂ ਨੇ ਇਹੀ ਕਿਹਾ ਵੀ ਸਾਡੇ ਇੱਥੇ ਖਾਲਿਸਤਾਨ ਦੇ ਤੁਸੀਂ ਜਿਹਨੇ ਵੀ ਝੰਡੇ ਲਾਏ ਨੇ ਗਲਤ ਹੈ। ਉਹਨੇ ਇਹ ਕਿਹੜੀ ਗਲਤ ਗੱਲ ਕਹੀ ਉਹਨਾਂ ਨੇ? ਕਿਉਂ ਲੱਗਣ ਖਾਲਿਸਤਾਨ ਦੇ ਝੰਡੇ? ਪਰ ਲਵਾਏ ਵੀ ਆਪ ਹੀ ਨੇ ਤੇ ਬਿਆਨ ਵੀ ਆਪ ਹੀ ਦੇਣਾ, ਗੱਲ ਤਾਂ ਹੀ ਨਹੀਂ ਹੈ। ਸੋ ਇਸ ਕਰਕੇ ਇਹ ਜਿਹੜਾ ਨੱਡਾ ਸਾਹਿਬ ਨੇ ਬਿਆਨ ਦਿੱਤਾ ਹੈ, ਇਹ ਤਾਂ ਉਹੀ ਬਿਆਨ ਹੈ ਜੋ ਬੀਜੇਪੀ ਕਰਨਾ ਚਾਹੁੰਦੀ ਹੈ, ਜੋ RSS ਕਰਨਾ ਚਾਹੁੰਦਾ। ਬਲਕਿ ਉਹਨਾਂ ਨੂੰ ਕਹਿਣਾ ਇਹ ਚਾਹੀਦਾ ਸੀ ਕਿ ਸਾਨੂੰ ਰਲ ਮਿਲ ਕੇ, ਕਿਉਂਕਿ ਹੁਣ ਇਹਦੇ ਵਿੱਚ ਜ਼ਿੰਮੇਵਾਰੀ ਵੱਡੀ ਕਿਹਦੀ ਹੈ? ਤੁਸੀਂ 50 ਕਿਲੋਮੀਟਰ ਦੀ ਗੱਲ ਛੱਡੋ, ਇੰਟਰਨੈਸ਼ਨਲ ਬਾਰਡਰ ਦੇ ਉੱਤੇ ਸਮਗਲਿੰਗ ਰੋਕਣੀ, ਉੱਥੋਂ ਹਥਿਆਰਾਂ ਨੇ ਰੋਕਣੇ, ਉਹਦੇ ਵਿਰੋਧੀ ਦਲ ਦਾ ਕੋਈ ਉਰੇ ਆ ਜੇ, ਸਾਡੀ ਪੁਲਿਸ ਨੂੰ ਨਹੀਂ ਕਰ ਸਕਦੀ ਕੁਛ, ਉਹਨੂੰ ਤਾਂ ਵੱਧ ਤੋਂ ਵੱਧ ਫੜ ਕੇ ਉਹਦੇ ਹਵਾਲੇ ਕਰ ਸਕਦੀ ਹੈ ਕੇਂਦਰ ਦੇ। ਉਹਦੇ ਐਕਸ਼ਨ ਕੇਂਦਰ ਨੇ ਲੈਣਾ, ਭਾਵੇਂ ਸਾਡੀ ਇੱਥੇ ਦੀ ਅਦਾਲਤ 'ਚ ਹੀ ਲਵੇ ਉਹ, ਕੇਂਦਰ ਦੀ ਸਰਕਾਰ, ਕਿਉਂਕਿ ਉਹ ਬਾਰਡਰ ਜਿਹੜਾ ਹੈ ਉਹ ਕੇਂਦਰ ਦੇ ਅੰਡਰ ਹੈ। ਬਾਰਡਰ ਦੀ ਸਿੱਖਿਆ ਨਹੀਂ ਤਾਂ ਫਿਰ ਜੇ ਬਾਰਡਰ ਦੀ ਸਿੱਖਿਆ ਅਸੀਂ ਕਰਨੀ ਹੈ, ਜ਼ਿੰਮੇਵਾਰੀ ਸਾਡੀ ਹੈ, ਫਿਰ ਸਾਨੂੰ ਪੰਜਾਬ ਨੂੰ ਬਣਾ ਦੇਣਾ ਉਹਦੇ ਬਰਾਬਰ ਵੀ। ਠੀਕ ਹੈ, ਤੁਸੀਂ ਪੰਜਾਬ ਵੀ ਪਾਕਿਸਤਾਨ ਵੀ ਆਪਸ ਵਿੱਚ ਲੜੀ ਜਾਓ, ਅਸੀਂ ਲੜ ਲਾਂਗੇ, ਉਹਨਾਂ ਨਾਲ ਲੜਨਾ ਹੋਇਆ ਭਾਈਚਾਰਾ ਕਰਨਾ ਕਰ ਲਵਾਂਗੇ, ਫਿਰ ਖੋਲ ਦੇਣਾ ਬਾਰਡਰ ਵੀ। ਠੀਕ ਹੈ ਵੀ ਤੁਸੀਂ ਆਪਣੀ ਸਾਂਭੋ ਨਾ ਸਾਂਭੋ, ਅਸੀਂ ਤਾਂ ਤੁਹਾਡੇ ਜਮਨਾ ਦੇ ਨੇੜੇ ਜਾਂ ਆਹ ਜਿਹੜਾ ਜਿੱਥੇ ਵੀ ਇਹਨਾਂ ਨੇ ਲਾਈਨ ਖਿੱਚਣੀ ਹੈ ਉੱਥੇ ਲਾਈਨ ਖਿੱਚ ਦੇਣ ਫਿਰ, ਜੇ ਇੰਨੀ ਗੱਲ ਹੀ ਹੈ। ਸੋ ਇਹ ਕਹਿਣਾ ਕਿ ਪੰਜਾਬ ਸਰਕਾਰ ਫੇਲ ਹੋਈ ਹੈ, ਇਹ ਕੇਂਦਰ ਦੀ ਸਰਕਾਰ ਪਹਿਲੀ ਗੱਲ ਫੇਲ ਹੋਈ ਹੈ। ਕਿਉਂਕਿ ਬਾਰਡਰ ਕ੍ਰਾਸ ਬਾਰਡਰ ਟੈਰਰਿਜ਼ਮ ਸਭ ਨੂੰ ਪਤਾ ਹੈ। ਰਾਕਟ ਆ ਗਿਆ ਜੀ, ਡਰੋਨ ਆ ਗਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਬਹੁਤ ਤੇਜ਼ ਅੱਜ ਕੱਲ੍ਹ। ਕਿਉਂ ਨਹੀਂ? ਮਿਲਟਰੀ ਇੰਟੈਲੀਜੈਂਸ ਤਾਂ ਬਹੁਤ ਤਕੜੀ ਹੈ। ਸਾਡੀ ਮਿਲਟਰੀ ਇੰਨੀ ਕਮਜ਼ੋਰ ਨਹੀਂ ਹੈ ਵੀ ਇਹਨਾਂ ਨੂੰ ਕੋਈ ਡਰਾ ਲੇਗਾ। ਅੱਜ ਨੂੰ ਚੀਨ ਜੋ ਕਰਨਾ ਚਾਹੁੰਦਾ ਸੀ ਕਰ ਲੈਂਦਾ, ਚੀਨ ਤਾਂ ਬਹੁਤ ਤਕੜਾ ਸਾਡੇ ਨਾਲੋਂ, ਪਰ ਸਾਡੀ ਮਿਲਟਰੀ ਇੰਨੀ ਕਮਜ਼ੋਰ ਨਹੀਂ ਹੈ ਵੀ ਚੀਨ ਆ ਕੇ ਇੱਥੇ ਉਹੀ ਸਾਡੇ ਸਾਈਚਨ ਤੇ ਕਬਜ਼ਾ ਕਰਕੇ ਬਹਿ ਜਾਏਗਾ, ਜੰਗਾ ਲਾ ਲਓ ਜੋਰ ਜਿਹੜਾ ਲਾਉਣਾ। ਐ ਨਹੀਂ ਕਰ ਸਕਦਾ ਉਹ। ਚੀਨ ਵਰਗਾ ਮੁਲਕ ਤਾਂ ਕਰ ਨਹੀਂ ਸਕਦਾ, ਜੇ ਪਾਕਿਸਤਾਨ ਸਾਡਾ ਕੀ ਕਰ ਲੂਗਾ? ਬਾਰਡਰ ਦੇ ਉੱਤੇ ਜਾਣਬੁੱਝ ਕੇ ਸਿਕਿਉਰਿਟੀ ਤੁਸੀਂ ਛੱਡਦੇ ਨਹੀਂ, ਕਿਉਂਕਿ ਪੰਜਾਬ ਨੂੰ ਸਜ਼ਾ ਦੇਣ ਦਾ ਇੱਕੋ ਹੀ ਤਰੀਕਾ ਹੈ ਜੇ ਇੱਥੇ ਸ਼ਾਂਤੀ ਫੈਲੇ। ਹੁਣ ਇਹ ਆਪ ਇਹਨਾਂ ਦੀ ਸਰਕਾਰ ਆਈ ਹੈ, ਉਹ ਤੋਂ ਇਹ ਇਹਨਾਂ ਨੂੰ, ਕਿਉਂਕਿ ਇਹਨਾਂ ਨੂੰ ਐਂ ਲੱਗਦਾ ਹੈ ਵੀ ਹੁਣ ਨਾ ਤਾਂ ਅਕਾਲੀ ਨਾ ਕਾਂਗਰਸ ਨਾ ਕੋਈ ਹੋਰ ਸਾਡਾ ਮੁਕਾਬਲਾ ਨਹੀਂ ਕਰ ਸਕਦੇ ਪੂਰੇ ਮੁਲਕ 'ਚ। ਅਕਾਲੀਆਂ ਨੇ ਤਾਂ ਕਰ ਕਰਨਾ ਕੀ ਹੈ ਮੁਲਕ 'ਚ, ਤਾਂ ਕਾਂਗਰਸ, ਕਿ ਹੁਣ ਕਿਤੇ ਆਪ ਨਾ ਕਰ ਜੇ, ਕਿਤੇ ਕੇਜਰੀਵਾਲ ਨੂੰ ਨਾ ਸੰਰਕਸ਼ਣ ਮਿਲ ਜੇ, ਕੇਜਰੀਵਾਲ ਮੋਦੀ ਸਾਹਿਬ ਦੀ ਜਗ੍ਹਾ ਨਾ ਲੈ ਲੈਣ, ਉਸ ਤੋਂ ਡਰਦੇ ਇਹ ਸਾਰਾ ਕੁਛ ਕਰ ਰਹੇ ਨੇ। ਉਹ ਵੀ ਇਸ ਗੱਲ ਤੇ ਤੁਰਿਆ ਹੋਇਆ ਵੀ ਮੈਂ ਹੁਣ ਹਿਮਾਚਲ 'ਚ ਵੀ, ਮੈਂ ਗੁਜਰਾਤ 'ਚ ਵੀ, ਮੈਂ ਫਲਾਣੇ ਉੱਤਰਾਖੰਡ 'ਚ ਵੀ ਮੈਂ ਹੁਣ ਰਾਜ ਕਰਨਾ। ਗੱਲ ਤਾਂ ਇੰਨੀ ਹੈ, ਗੱਲ ਇਹਨਾਂ ਦੀ ਗੱਦੀ ਦੀ ਹੈ। ਸੋ ਦੂਜੀ ਗੱਲ, 50 ਕਿਲੋਮੀਟਰ BSF ਕਿਉਂ ਵਧਾਈ ਸੀ ਇਹਨਾਂ ਨੇ? ਇਹ ਕਹਿ ਕੇ ਵਧਾਈ ਸੀ ਵੀ ਸਟੇਟ ਦੀ ਪੁਲਿਸ ਜੋ ਇਹ ਕਾਬੂ ਨਹੀਂ ਹੁੰਦੇ, ਅਸੀਂ ਕਾਬੂ ਕਰਾਂਗੇ। ਫਿਰ ਉਹ 50 ਕਿਲੋਮੀਟਰ ਤੋਂ ਲੰਘ ਕੇ ਹਵਾ 'ਚ ਤਾਂ ਉੜ ਕੇ ਵੀ ਆਏ ਹੋਣ, ਚਾਹੇ ਜਿਵੇਂ ਮਰਜ਼ੀ ਆਏ ਹੋਣ, ਉਹ ਕੋਈ ਭੂਤ ਬਣ ਕੇ ਤਾਂ ਨਹੀਂ ਗਏ, ਕੋਈ ਛੂ ਮੰਤਰ ਨਾਲ ਨਹੀਂ ਆਏ। ਇੱਥੋਂ ਦੀ ਤਾਂ ਕੋਈ ਜਹਾਜ਼, ਕੋਈ ਡਰੋਨ, ਕੋਈ ਬੰਦਾ, ਕੋਈ ਕੁਛ ਲੰਘਿਆ ਹੀ ਹੈ। ਤੇ ਉਹ 50 ਕਿਲੋਮੀਟਰ ਤੇ ਕਰਦੇ ਕੀ ਨੇ? ਇਹ BSF ਕੋਲੇ ਇੰਟੈਲੀਜੈਂਸ ਸਾਡੇ ਨਾਲ ਤਕੜੀ ਜ਼ਿਆਦਾ ਸੂਬੇ ਨਾਲੋਂ, ਮਿਲਟਰੀ ਦੀ ਇੰਟੈਲੀਜੈਂਸ ਸਾਡੇ ਨਾਲ ਤਕੜੀ ਹੈ, ਹਥਿਆਰ ਉਹਨਾਂ ਕੋਲ ਜ਼ਿਆਦਾ ਨੇ, ਮੈਨ ਪਾਵਰ ਉਹਨਾਂ ਕੋਲ ਜ਼ਿਆਦਾ ਹੈ। ਉਹ ਬਾਕਾਇਦਾ ਉੱਥੇ ਪੈਟਰੋਲਿੰਗ ਕਰਦੇ ਨੇ ਤਾਰ ਦੇ ਏਰੀਏ ਦੇ ਵਿੱਚ, ਕਿ ਦੋਨੇ ਪਾਸੇ ਇਹ ਕੁਛ ਏਰੀਆ ਛੱਡਿਆ ਹੋਇਆ। ਇਹ ਕਰਦੇ ਕੀ ਨੇ ਫਿਰ? ਇਹ ਤਾਂ ਸਾਡੇ ਕੰਟਰੋਲ 'ਚ ਨਹੀਂ ਨਾ। ਫਿਰ ਹਾਂ ਕਰਨਾਲ 'ਚ ਇਹ ਤਾਂ ਜਾਣ ਬੁੱਝ ਕੇ ਮੈਂ ਕਹਾਂਗਾ ਕਰਿਆ ਗਿਆ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਭਜਾਓ, ਬੰਦਾ ਪੰਜਾਬ ਦਾ ਹੋਵੇ। ਹੁਣ ਕਿਉਂਕਿ ਉਹਨਾਂ ਨੂੰ ਕਈ ਵਾਰ ਸਿੱਖ ਸ਼ਕਲ ਵਾਲੇ ਨਹੀਂ ਮਿਲਦੇ, ਉਹ ਸਾਰੇ ਨਸ਼ੇੜੀ ਵਗੈਰਾ ਨੇ ਜਿਹੜੇ ਫੜੇ ਗਏ ਨੇ ਬਹੁਤੇ। ਅਰਿੰਦਾ ਸੰਧੂ ਜਿਹੜਾ ਬਾਹਰ ਬੈਠਾ ਹੈ, ਦੋਸ਼ ਇਹ ਲੱਗਦੇ ਨੇ ਵੀ ਉਹਨੇ ਭੇਜੇ ਨੇ ਇਹ। ਉਹ ਰਿੰਦਾ ਸੰਧੂ ਇਹਨਾਂ ਨੂੰ ਪਤਾ ਹੈ ਵੀ ਕੀ ਹੈ ਕੀ ਨਹੀਂ ਹੈਗਾ। ਚਲੋ ਉਹਨੇ ਭੇਜੇ ਨੇ, ਕੀ ਕਰਿਆ ਉਹ ਤਾਂ ਜਾਣੀ ਗਈ ਇਨਕੁਆਇਰੀ। ਪਰ
ਕਰਨਾਲ 'ਚ ਫੜਨ ਦਾ ਮਕਸਦ ਹੈ ਕਿ ਹਰਿਆਣੇ ਪੰਜਾਬ ਦੀ ਟੱਕਰ ਪਵੇ। ਆ ਦਿੱਲੀ ਵਾਲਾ ਜਿਹੜਾ ਬੱਗਾ ਆ ਰਿਹਾ ਸੀ, ਬੱਗਾ ਕਿੱਥੋਂ ਦਾ ਇਹ ਆ ਗਿਆ? ਜਿਹੜਾ ਬੰਦਾ ਜਾ ਕੇ ਕੇਜਰੀਵਾਲ ਦੇ ਕਹਿੰਦਾ ਹੈ, ਉਦੋਂ ਬਾਅਦ ਵੀ ਕਹਿੰਦਾ ਹੈ ਵੀ ਮੈਂ ਧਮਕੀ ਦਿੰਦਾ ਹੈ। ਰਾਤ ਨੂੰ ਹਾਈ ਕੋਰਟ ਲੱਗਣੀ ਇੱਕ ਉਸ ਬੰਦੇ ਵਾਸਤੇ ਜਿਹਦਾ ਕੋਈ ਵੱਡਾ ਐਡਾ ਸਟੇਟਸ ਨਹੀਂ ਹੈ, ਜਿਹਨੂੰ ਦੁਨੀਆ 'ਚ ਸਟੇਟਸ ਬਣਾਤਾ, ਰਾਤ ਨੂੰ ਹਾਈ, ਉਹਨੂੰ ਕੀ ਫਰਕ ਪੈਂਦਾ ਸੀ ਜੇ ਉਹਨੂੰ ਫੜ ਕੋ ਪੰਜਾਬ ਪੁਲਿਸ ਨੇ ਫੜ ਵੀ ਲਿਆ ਵਾਰੰਟ ਲੈ ਕੇ? ਕਿੰਨਾ ਕੁ ਫਰਕ ਪੈਂਦਾ ਸੀ? ਰਾਤ ਨੂੰ ਹਾਈ ਕੋਰਟ ਖੁਲਵਾਈ ਗਈ, ਰਾਤ ਨੂੰ ਲੱਗ ਕੇ ਉਹਦਾ ਫੈਸਲਾ ਕਰਾਇਆ ਗਿਆ ਵੀ ਨਹੀਂ, ਉਹ ਸਟੇ ਕਰਾਇਆ ਗਿਆ। ਉਹ ਕਿੰਨੀ ਕੁ ਗੱਲ ਸੀ? ਇੱਥੇ ਪਤਾ ਨਹੀਂ ਕੀ ਕੁਝ ਹੋ ਜਾਂਦਾ, ਉਦੋਂ ਤਾਂ ਇਹਨਾਂ ਦੀ ਅੱਖ ਨਹੀਂ ਖੁੱਲਦੀ। ਪੰਜਾਬ 'ਚ ਬਿਜਲੀ ਕਿਨੇ ਤਰਾ ਕਰਦੇ ਸੀ ਲੋਕ, ਪੰਜਾਬ ਸਰਕਾਰ ਨੇ ਪਿਛਲੀ ਨੇ, ਇਹ ਤੋਂ ਪਹਿਲੀ ਨੇ ਲਿਖ ਕੇ ਭੇਜਿਆ ਵੀ ਸਾਨੂੰ ਇੰਨੀ ਬਿਜਲੀ ਦੇ ਦਿਓ, ਉਹਨੂੰ ਨਾ ਕਰਤੀ, ਹਰਿਆਣੇ ਨੂੰ ਚੱਕ ਕੇ ਦੇ ਦਿੱਤੀ। ਉਦੋਂ ਤਾਂ ਇਹਨਾਂ ਦੀਆਂ ਅੱਖਾਂ ਨਹੀਂ ਖੁੱਲੀਆਂ। ਇਹ ਕਰਨਾਲ 'ਚ ਜਿਹੜਾ ਨੱਡਾ ਸਾਹਿਬ ਕਹਿ ਕੇ ਗਏ ਨੇ ਨਾ, ਇਹ ਬਿਆਨ ਉਹੀ ਜਿਹੀ ਹੈ ਜਿਹੋ ਜਿਹਾ ਮੋਦੀ ਸਾਹਿਬ ਦੇ ਕੇ ਗਏ ਸੀ ਵੀ ਅਸੀਂ ਕਰਨਾਲ 'ਚ ਫੜੇ ਨੇ ਜੀ। ਉਹਨਾਂ ਨੂੰ ਪੁੱਛੋ ਵੀ ਤੁਸੀਂ ਕਰਨਾਲ 'ਚ ਫੜ ਲਏ, ਜਿਹੜੀਆਂ ਅੱਤਵਾਦੀ ਕਾਰਵਾਈਆਂ ਤੁਹਾਡੀਆਂ, ਜਿਹੜਾ ਇੱਥੇ ਜਿਹਨੇ ਡਰੋਨ ਦਾ ਹਮਲਾ ਕਰਿਆ ਸੀ ਆਪਣਾ ਰਾਕਟ ਲਾਂਚਰ ਦੇ ਨਾਲ, ਉਹ ਵੀ ਕਹਿੰਦੇ ਨੇ ਅੰਬਾਲੇ ਤੋਂ ਫੜਿਆ। ਇਹ ਕਿਉਂ ਹੈ? ਇਹ ਕਿਵੇਂ ਹੈ ਕਿ ਬੰਦੇ ਜਿਹੜੇ ਨੇ ਉਹ ਹਰਿਆਣੇ 'ਚ ਹੀ ਫੜੇ ਜਾਂਦੇ ਨੇ, ਉੱਥੇ ਹੀ ਜਾਂਦੇ ਨੇ, ਹਰਿਆਣੇ 'ਚ ਕਿਉਂ ਜਾਂਦੇ ਨੇ? ਹੋਰ ਪਾਸੇ ਕਿਉਂ ਨਹੀਂ ਜਾਂਦੇ? JNK 'ਚ ਜ਼ਿਆਦਾ ਉਹਨਾਂ ਨੂੰ ਹੋ ਸਕਦੀ ਹੈ, ਉੱਥੇ ਕਿਉਂ ਨਹੀਂ ਜਾਂਦੇ? ਹਰਿਆਣੇ 'ਚ ਕਿਉਂ ਜਾਂਦੇ ਨੇ? ਕਿਉਂਕਿ ਪੰਜਾਬ ਤੇ ਹਰਿਆਣੇ ਦੀ ਟੱਕਰ ਪਾਉਣੀ ਚਾਹੁੰਦੇ ਨੇ ਨੱਡਾ ਸਾਹਿਬ। ਤੇ ਇਸ ਕਰਕੇ ਅੱਜ ਸਾਨੂੰ ਪੰਜਾਬੀਆਂ ਨੂੰ, ਹਰਿਆਣਵੀਆਂ ਨੂੰ, ਜਿਹੜਾ ਕਿਸਾਨਾਂ ਦਾ ਏਕਾ ਹੋਇਆ, ਇਹ ਕਿਸਾਨਾਂ ਦਾ ਏਕਾ ਮੁੜ ਹੋਣ ਤੋਂ ਰੋਕਣਾ ਚਾਹੁੰਦੇ ਨੇ। ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਇਹ ਜੋ ਮਰਜ਼ੀ ਕਰ ਲੈਣ, ਕਿਸਾਨਾਂ ਦਾ ਏਕਾ ਤਾਂ ਸ਼ਾਇਦ ਇਹ ਨਹੀਂ ਤੋੜ ਸਕਣਗੇ ਜ਼ਿਆਦਾ, ਇਹ ਫਿਰ ਦੁਬਾਰਾ ਇਕੱਠੇ ਹੋਣਗੇ। ਪਰ ਇੱਕ ਗੱਲ ਬੜਾ ਖਤਰਾ ਹੈ, ਜਿਹੜਾ ਮੁਸਲਮਾਨ ਇਸ ਤੋਂ ਦਾ ਡਰਿਆ ਹੋਇਆ, ਜਿੰਨਾ ਉਹਨੂੰ ਡਰਾ ਲਿਆ ਇਹਨਾਂ ਨੇ, ਤੇ ਜਿੰਨਾ ਸਿੱਖਾਂ ਦੇ ਨਾਲ ਇਹ ਜੋ ਕੁਝ ਕਰ ਰਹੇ ਨੇ, ਜਿੰਨਾ ਕ੍ਰਿਸਚੀਅਨ ਨਾਲ ਅਜੇ ਛੇੜਿਆ ਨਹੀਂ ਹੈ, ਸਿੱਖਾਂ ਦੇ ਵਿੱਚ ਵੀ ਇਹਨਾਂ ਨੇ ਬੰਦੇ ਕਰ ਰਹੇ ਨੇ, ਪਰ ਮੁਸਲਮਾਨ ਜਿੰਨਾ ਡਰਿਆ ਹੋਇਆ ਹੈ, ਜੇ ਕਿਤੇ ਉਹ ਲਾਵਾ ਫੁੱਟਣ ਲੱਗ ਗਿਆ, ਇਹ ਦੇਸ਼ ਨੂੰ ਖਾਨਾ ਜੰਗੀ ਵੱਲ ਭੇਜ ਰਹੇ ਨੇ। ਇਹ ਦੇਸ਼ ਹੈ, ਬਚਣਾ ਨਹੀਂ ਹੈ। ਔਰ ਜਿਹੜਾ ਪੰਜਾਬ 'ਚ ਹਮਲੇ ਕਰ ਰਹੇ ਨੇ ਬਾਰ-ਬਾਰ, ਸਰਕਾਰ ਜਿਹਦੀ ਮਰਜ਼ੀ ਹੋਵੇ, ਚਾਹੇ ਕਾਦੀ BJP ਹੋਵੇ, ਚਾਹੇ ਕੱਲੀ BJP ਹੋਵੇ, ਚਾਹੇ ਆਪ ਦੀ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਕਾਦੀਆਂ ਦੀ ਹੋਵੇ, ਜਿਹਦੀ ਮਰਜ਼ੀ ਹੋਵੇ, ਜੇ ਪੰਜਾਬ 'ਚ ਇੱਦਾਂ ਹਮਲੇ ਕਰਦੇ ਰਹੇ, ਪੰਜਾਬ ਦੀਆਂ ਧਾਰਮਿਕ ਸਥਾਨਾਂ 'ਤੇ ਹਮਲੇ ਕਰਦੇ ਰਹੇ, ਪੰਜਾਬ ਦੇ ਇਤਿਹਾਸ ਨੂੰ ਤੋੜਦੇ ਰਹੇ, ਕਿ ਜਿੱਦੇ ਪੰਜਾਬ ਜੇ ਮਰਦਾ ਹੈ ਤਾਂ ਬਚਣਾ ਮੁਲਕ ਨੇ ਵੀ ਨਹੀਂ। ਇਹ ਪੰਜਾਬ ਹੀ ਹੈ ਜਿਹੜਾ ਮੁਲਕ ਨੂੰ ਰੋਜ਼ ਬਚਾ ਰਿਹਾ ਹੈ। ਤੇ ਜਿੱਦੇ ਪੰਜਾਬ ਦਾ ਕੁਝ ਹੋਇਆ ਨਾ ਮਾੜਾ, ਉਦੋਂ ਭੁਲੇਖਾ ਨਾ ਰੱਖਣ, ਪੜੋਸੀ ਕੇ ਜੋ ਹੋਊਗਾ ਤੂੰ ਆਪਣੇ ਹੀ ਜਾਣ। ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ, ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ, ਮੈਂ ਫੇਰ ਕਹਾਂਗਾ ਵੀ ਗੁਰੂ ਸਾਹਿਬ ਨੇ ਸਾਨੂੰ ਆਖਿਆ ਵੀ ਡਰੋ ਨਾ, ਤੁਹਾਤੋਂ ਸਾਰਾ ਕੁਝ ਖੋਲਿਆ। ਜਿਹਦਾ ਸਭ ਕੁਝ ਖੋਲਿਆ ਹੋਵੇ ਉਹਨੂੰ ਡਰਨਾ ਨਹੀਂ ਚਾਹੀਦਾ, ਉਹਦੀ ਤਾਂ ਲੜਾਈ ਹੋਈ ਹੁੰਦੀ ਹੈ। ਉਹ ਲੜਾਈ ਦੇ ਤੌਰ ਤਰੀਕੇ ਬਦਲਦੇ ਰਹਿੰਦੇ ਨੇ। ਹੁਣ ਐਂ ਤਾਂ ਹੈ ਨਹੀਂ ਵੀ ਤੁਸੀਂ ਹੁਣ ਤਲਵਾਰ ਲੈ ਕੇ ਲੜਾਈ ਕਰ ਲਓਗੇ। ਉਹ ਸ਼ਾਂਤਮਈ ਸਟਰਗਲ ਨੇ ਅੱਜ। ਸੋ ਸ਼ਾਂਤਮਈ ਸਟਰਗਲ ਕਰਦੇ ਜਾਓ, ਕਿਉਂਕਿ ਬਾਬੇ ਨੇ ਸਾਨੂੰ ਦੱਸਤਾ ਹੈ ਵੀ ਕਿਤੇ ਗਿਆਨ ਪ੍ਰਾਪਤ ਕਰਨਾ ਹੈ, ਨਵਾਂ ਲੀਹਾ ਖੋਜਣਾ, ਨਵਾਂ ਲੀਹਾ ਹੁਣ ਸ਼ਾਂਤਮਈ ਸਟਰਗਲ ਹੈ। ਬਾਬੇ ਨੇ ਕਿਹਾ ਸੌਰੜੀ ਵਤ ਸਭ ਕੁਛ ਸਾਂਝੀ, ਪੇਵ ਕੜੇ ਧਨ ਬਕੇ, ਆਪ ਕੁਛ ਅੱਜੀ ਦੋਸਨ ਦੇਊ ਜਾਣਾ ਨਾ ਹੀ ਰੱਖੇ, ਹਉ ਆਪੇ ਭਰਮ ਪੁਰਾਣੀ, ਅੱਖਰ ਲਿਖੇ ਸੇ ਗਾਵਾਂ ਨਾ ਜਾਣਾ ਬਾਣੀ। ਕਹਿੰਦੇ ਉਹ ਲੀਹੇ 'ਤੇ ਨਾ ਚੱਲਦੇ ਰਹੋ, ਨਵਾਂ ਲੀਹਾ ਖੋਜੋ। ਹੁਣ ਨਵਾਂ ਲੀਹਾ ਸਾਡਾ ਤਲਵਾਰ ਚੁੱਕਣ ਦਾ ਨਹੀਂ, ਹੁਣ ਨਵਾਂ ਲੀਹਾ ਸਾਡਾ ਹੈਗਾ ਕਿ ਅਸੀਂ ਸ਼ਾਂਤਮਈ ਸਟਰਗਲ ਕਰੀਏ ਇਕੱਠੇ ਹੋ ਕੇ। ਅਸੀਂ ਭਾਈਚਾਰੇ ਦਾ, ਏਕੇ ਦਾ ਸੰਦੇਸ਼, ਸਾਡੇ ਲੰਗਰ ਦਾ ਸੰਦੇਸ਼, ਸੰਗਤ ਦਾ ਸੰਦੇਸ਼, ਪੰਗਤ ਦਾ ਸੰਦੇਸ਼ ਹੈ ਜਿਹੜਾ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਹੈ ਜਿਹੜਾ, ਇਹਨੂੰ ਜਾ ਕੇ ਆ ਜਿਹੜਾ ਅੱਜ ਕੱਲ੍ਹ FIR ਦਰਜ ਹੋਈਆਂ ਨੇ, ਇਹ ਸਿਰਸਾ ਸਾਹਿਬ ਹੋਰਾਂ ਨੇ ਜਿਹੜਾ ਸ਼ਾਂਤਮਈ ਸਟਰਗਲ ਕਰਿਆ, ਉਹਦਾ ਹੀ ਨਤੀਜਾ ਹੈ। ਅਗਲੀ ਗੱਲ, ਦੂਜਾ ਬਾਬੇ ਨੇ ਕਿਹਾ, ਜੇ ਸਿਕਦਾਰੀ ਕਿਸੇ ਕੁਆਰੀ ਚਾਕਰ ਕਹੇ ਡਰਨਾ, ਜੇ ਸਿਕਦਾਰ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਾਰਨਾ। ਜੇ ਇੱਥੇ ਹਾਲਤ ਇਹ ਹੋ ਗਈ ਅੱਜ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਰੁੱਡਿਆ, ਕੂੜ ਮਾਪਸ ਸੱਚ ਚੰਦਰਮਾ, ਦੀਸੈ ਨਾ ਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਜੇ ਅੱਜ ਇਹ ਹਾਲ ਹੋ ਗਿਆ ਤੇ ਫੇਰ ਸਾਨੂੰ ਸਾਡਾ ਸਭ ਕੁਝ ਖੋਲਿਆ, ਸਾਡੀ ਬੋਲੀ ਖੋਲੀ, ਸਾਡਾ ਸੱਭਿਆਚਾਰ ਖੋਲਿਆ, ਸਾਡਾ ਇਤਿਹਾਸ ਖੋਲਿਆ, ਸਾਡੀ ਧਰਤੀ ਖੋਹੀ ਜਾਂਦੇ ਨੇ, ਸਾਡੇ ਕਿੱਤੇ ਖੋਲੇ, ਸਾਡੀ ਜਵਾਨੀ ਖੋਲੀ। ਤੇ ਕੋਈ ਗੱਲ ਨਹੀਂ, ਫਿਰ ਬਈ ਅਸੀਂ ਨਵਾਂ ਜਿਹੜਾ ਲੀਹਾ ਸਾਨੂੰ ਬਾਬੇ ਨੇ ਦੱਸਿਆ, ਨਵਾਂ ਲੀਹਾ ਪਾਓ। ਉਹ ਸ਼ਾਂਤਮਈ ਸਟਰਗਲ ਦਾ, ਕਿਸਾਨੀ ਨੇ ਉਹ ਸ਼ੁਰੂ ਕਰਿਆ ਹੋਇਆ, ਤੇ ਅੱਗੇ ਕਿਸਾਨੀ 'ਚ ਵੀ ਸਿੱਖ ਕਿਸਾਨੀ ਹੈਗੀ ਹੈ, ਉਹ ਸਾਰੀ ਖੁੰਦ ਖਾਧੀ ਹੋਈ ਆ ਉਹਨਾਂ ਨੇ, ਤੇ ਹੁਣ ਵੀ ਹੋਊਗਾ। ਇਹ ਨਵੇਂ ਲੀਹੇ 'ਤੇ ਚੱਲ ਕੇ ਮੈਨੂੰ ਲੱਗਦਾ ਹੈ ਵੀ ਪੰਜਾਬ ਫੇਰ ਇਸ ਮੁਲਕ ਨੂੰ ਰਸਤਾ ਦਿਖਾਏਗਾ ਕਿ ਆਹ ਲੜਾਈ ਝਗੜਾ, ਇਹ ਇੱਕ ਦੂਜੇ ਦੇ ਵਾਲ ਪੱਟਣੇ, ਇੱਕ ਦੂਜੇ ਨੂੰ ਕਤਲ ਕਰਨੇ, ਇੱਕ ਦੂਜੇ ਦੇ ਧਾਰਮਿਕ ਸਥਾਨ 'ਤੇ ਹਮਲੇ ਕਰਨੇ, ਇਹ ਪੰਜਾਬੀਆਂ ਦਾ ਹਿੱਸਾ ਨਹੀਂ ਹੈ। ਪੰਜਾਬੀ ਇਹ ਗੱਲ ਨੂੰ ਨਹੀਂ, ਸਿੱਖ ਕਲਚਰ ਇਹ ਨਹੀਂ ਮੰਨਦਾ, ਤੇ ਅਸੀਂ ਇਸ ਨੂੰ ਹੁਣ ਰੋਕਾਂਗੇ। ਇਸ ਪਾਸੇ ਨੂੰ ਜਾਊਗੀ ਗੱਲ।
ਸ਼ੁਕਰੀਆ ਡਾਕਟਰ। ਸ਼ੁਕਰੀਆ ਜੀ ਬਹੁਤ।